शुरू करन लगे हैं वैक्यूल्स तो। सो व्हाट आर वैक्यूल्स? Vacuoles are the membrane bound spherical or sometimes irregular bodies। ਤਾਂ ਇਹ ਛੋਟੇ ਛੋਟੇ ਹੁੰਦੇ ਆ in case of animal cell or in some cases it's absent। ਤੇ ਪਲਾਂਟ ਸੈੱਲ ਦੇ ਵਿੱਚ ਕਾਫੀ ਵੱਡੇ ਹੁੰਦੇ ਆ। ਪਲਾਂਟ ਸੈੱਲ ਦੇ ਵਿੱਚ ਕਲੀਅਰਲੀ ਸੀਨ ਜੋ ਹੁੰਦਾ ਹੈ ਜਿਹਦੇ ਕਰਕੇ ਨਿਊਕਲੀਅਸ ਟੁਆਰਡ ਦਾ ਪੈਰੀਫਰੀ ਹੁੰਦਾ ਹੈ। ਪਰ ਬੱਚੇ ਇੱਥੇ ਇੱਕ ਨਾ ਚੀਜ਼ ਦਿਮਾਗ ਦੇ ਵਿੱਚ ਫਿੱਟ ਕਰ ਲਓ, ਇਮੈਚੁਰ ਪਲਾਂਟ ਸੈੱਲ ਕੋਲ ਛੋਟੇ ਛੋਟੇ ਵੈਕਿਊਲਸ ਹੁੰਦੇ ਹੈ ਤੇ ਜਦੋਂ ਪਲਾਂਟ ਸੈੱਲ ਮੈਚੁਰ ਹੋ ਜਾਂਦਾ ਹੈ ਤਾਂ ਸਾਰੇ ਫਿਊਜ਼ ਕਰਕੇ ਇੱਕ ਵੱਡਾ ਵੈਕਿਊਲ ਬਣਾਉਂਦੀ ਹੈ। ਤਾਂ ਆਪਾਂ ਵੈਕਿਊਲਸ ਬਾਰੇ ਗੱਲ ਕਰਦੇ ਹਾਂ। This is the animal cell and you can see the vacuoles। ਆ ਦੇਖੋ you can see the vacuoles। and in case of plant cell ਜੇ ਆਪਾਂ ਕੰਪੈਰੀਜ਼ਨ ਕਰੀਏ plant cell ਚ ਵੇਖੋ ਕਿੰਨਾ ਵੱਡਾ ਵੈਕਿਊਲ ਹੈ ਤੇ ਇੱਥੇ ਛੋਟੇ ਛੋਟੇ ਵੈਕਿਊਲਸ ਹੈ। ਤਾਂ ਪਲਾਂਟ ਸੈੱਲ ਜਦੋਂ ਇਮੈਚੁਰ ਹੁੰਦਾ ਹੈ ਨਾ ਤੇ ਇਹਦੇ ਕੋਲ ਆ ਇਸ ਤਰੀਕੇ ਜਿਹੜੇ ਛੋਟੇ ਛੋਟੇ ਵੈਕਿਊਲ ਹੈ ਇਹ ਜੁੜ ਕੇ ਇੱਕ ਵੱਡਾ ਵੈਕਿਊਲ ਬਣਦੇ ਹੈ। ਜੇ ਤੁਹਾਨੂੰ ਪੁੱਛ ਲਿਆ ਜਾਵੇ ਕਿ what is the location of vacuole in immature plant cell ਤਾਂ ਕਿੱਥੇ ਹੋਊਗਾ? ਬਹੁਤ ਸਾਰੇ ਹੋਣਗੇ ਇਨਸਾਈਡ ਦਾ ਸਾਈਟੋਪਲਾਜ਼ਮ। ਤੇ ਮੈਚੁਰ ਸੈੱਲ ਦੇ ਵਿੱਚ ਕਿੱਥੇ ਹੋਊਗਾ? ਮੈਕਸਿਮਮ ਏਰੀਆ ਵੈਕਿਊਲ ਨੇ ਹੀ ਕਵਰ ਕੀਤਾ ਹੋਣਾ। ਠੀਕ ਹੈ, ਤੇ ਇਹਦੀ ਜਿਹੜੀ ਮੈਂਬਰੇਨ ਹੈ that is semi permeable, sorry permeable, selectively permeable। ਤਾਂ ਇਸ ਮੈਂਬਰੇਨ ਨੂੰ ਟੋਨੋਬਲਾਸਟ ਵੀ ਕਿਹਾ ਜਾਂਦਾ ਹੈ। this is also called as ਟੋਨੋਬਲਾਸਟ। ਤੇ ਇਹਦੇ ਵਿੱਚ ਜੋ ਫਲੂਇਡ ਹੁੰਦਾ ਹੈ ਉਹਦੇ ਕਾਫੀ ਫੰਕਸ਼ਨ ਹੁੰਦੇ ਹੈ। ਕੀ ਹੋ ਸਕਦੇ ਆ ਬੇਟੇ? ਤਾਂ ਜਿਹੜਾ ਇਹਦੇ ਚ ਮੇਨ ਹੈ this is called as ਸੈਪ ਵੈਕਿਊਲ। ਸੈਪ ਵੈਕਿਊਲ ਜਿਹਦੇ ਵਿੱਚ ਕੋਈ ਫਲੂਇਡ ਭਰਿਆ ਹੋਵੇ ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ? ਰਿਜ਼ਰਵ ਫੂਡ ਮਟੀਰੀਅਲ ਹੋ ਸਕਦਾ ਹੈ ਸੁਕਰੋਜ਼। ਠੀਕ ਹੈ, there may be reserve food material that is sucrose। ਸੋਲਿਊਟਸ ਪ੍ਰੈਜ਼ੈਂਟ ਹੋ ਸਕਦੇ ਹੈ। ਠੀਕ ਹੈ, ਤਾਂ ਵੇਸਟ ਹੋ ਸਕਦਾ ਹੈ ਇਹਦੇ ਵਿੱਚ ਕਮੂਲੇਟਡ। ਪਿਗਮੈਂਟਸ ਹੋ ਸਕਦੀਆਂ। ਪਿਗਮੈਂਟਸ ਕਿਹੜੀਆਂ? ਰੈੱਡ ਬਲੂ ਐਂਡ ਪਰਪਲ। ਠੀਕ ਹੈ, ਐਂਥੋਸਾਇਨਿਨ ਦੈਟਸ ਰੈੱਡ ਬਲੂ ਐਂਡ ਪਰਪਲ। ਐਂਥੋਜ਼ੈਂਥਿਨ ਡੀਪ ਯੈਲੋ, ਜਿਹੜੇ ਯੈਲੋ ਕਲਰ ਦੇ ਕਲਰ ਹੁੰਦਾ ਹੈ ਉਹ ਜ਼ੈਂਥੋਜ਼ੈਂਥਿਨ ਪਿਗਮੈਂਟਸ ਕਰਕੇ ਹੁੰਦਾ ਹੈ। ਤੇ ਇਹ ਜਿਹੜੀਆਂ ਕਿੱਥੇ ਹੋ ਸਕਦੀਆਂ? these are found in the vacuole। ਜਿਹੜੇ ਕੁਝ ਪਲਾਂਟ ਵੈਕਿਊਲ ਹੈ ਉਹ ਟਰਾਂਸਪੋਰਟ ਆਫ ਪ੍ਰੋਟੀਨ ਦਾ ਵੀ ਕੰਮ ਕਰਦੇ ਹੈ ਤੇ ਉਹ ਐਸਿਡਿਟੀ ਆਫ ਸੈੱਲ ਵੀ ਕੰਟਰੋਲ ਕਰਦੇ ਹੈ। ਠੀਕ ਹੈ, ਤਾਂ ਉਹਨਾਂ ਚ ਹਾਈਡਰੋਲਿਟਿਕ ਐਂਜ਼ਾਈਮਸ ਵੀ ਹੋ ਸਕਦੀ ਹੈ। ਟੈਨਿਨਸ, ਟੈਨਿਨਸ ਟੀ ਲੀਫ ਦੇ ਵਿੱਚ ਹੁੰਦੀਆਂ, ਹੋਰ ਕਈ ਪਲਾਂਟਸ ਦੇ ਵਿੱਚ ਵੀ ਹੁੰਦੀਆਂ, ਤਾਂ ਉਹ ਵੀ these are found in the vacuole। ਸੋ ਇਸ ਤੋਂ ਇਲਾਵਾ ਲੇਟੈਕਸ ਸਟੋਰ ਜਿਹੜੀ ਹੁੰਦੀ ਹੈ ਉਹ ਵੀ ਵੈਕਿਊਲਸ ਚ ਹੁੰਦੀ ਹੈ। ਐਲਕੇਲੋਇਡਸ ਹੈ, ਟੈਨਿਨਸ ਹੈ ਜਾਂ ਹੋਰ ਚੀਜ਼ਾਂ these are stored inside the vacuoles। ਵੈਕਿਊਲਸ ਤੋਂ ਬਾਅਦ ਆ ਜਾਓ ਬੇਟੇ ਤੁਸੀਂ ਇੱਕ ਆ ਚੀਜ਼ ਵੀ ਵੇਖੀ ਆ। ਕੀ ਚੀਜ਼ ਹੈ? this is ਅਮੀਬਾ। ਤੇ ਅਮੀਬਾ ਦੇ ਵਿੱਚ ਜਿਹੜਾ ਵੈਕਿਊਲ ਹੁੰਦਾ ਹੈ that is called as contractile vacuole because it has a power of elasticity। ਇਹਦਾ ਕੰਮ ਕੀ ਹੈ? ਇਹ ਵਿੱਚੋਂ ਵੇਸਟ ਇਕੱਠਾ ਕਰਦਾ ਰਹਿੰਦਾ ਇਨਲਾਰਜ ਹੁੰਦਾ ਰਹਿੰਦਾ। ਇਹਦੇ ਨਾਲ ਛੋਟੇ ਛੋਟੇ ਵੈਕਿਊਲ ਹੁੰਦੇ ਆ ਸਾਈਡ ਤੇ, ਇੱਥੇ ਦਿਖਾਏ ਨਹੀਂ ਗਏ, ਉਹਨਾਂ ਨੂੰ ਕਹਿੰਦੇ ਆ ਸਪੋਂਗੀਓਮਸ। ਯਾਦ ਰੱਖਿਓ ਕੀ ਕਹਿੰਦੇ ਆ? ਸਪੋਂਗੀਓਮਸ। ਤਾਂ ਉਹ ਇੱਕ ਵੈਕਿਊਲ ਦੇ ਨਾਲ ਫਿਊਜ਼ ਹੁੰਦੀਆਂ ਰਹਿੰਦੀਆਂ ਤੇ ਵੈਕਿਊਲ ਵੱਡਾ ਹੋ ਜਾਂਦਾ, ਫਿਰ ਆ ਕੇ ਨਾ ਇਹ ਇੱਥੇ ਸੈੱਲ ਮੈਂਬਰੇਨ ਨਾਲ ਜੁੜ ਜੂਗਾ। ਜਦੋਂ ਇਹ ਸੈੱਲ ਮੈਂਬਰੇਨ ਨਾਲ ਜੁੜ ਜੂਗਾ ਤੇ ਜਿਹੜਾ ਇਹਦੇ ਵਿੱਚ ਵੇਸਟ ਹੈ ਉਹ ਬੋਡੀ ਤੋਂ ਬਾਹਰ ਚੱਲ ਜੂਗਾ। ਸੋ ਦਿਸ ਇਜ਼ ਦਾ ਕੰਟਰੈਕਟਾਈਲ ਵੈਕਿਊਲ। ਕੰਟਰੈਕਟਾਈਲ ਵੈਕਿਊਲ ਮੋਸਟ ਆਫ ਦਾ ਪ੍ਰੋਟੋਜ਼ੋਨਸ ਕੋਲ ਹੁੰਦਾ। ਆ ਦੇਖੋ, ਆ ਤੁਸੀਂ ਦੇਖ ਰਹੇ ਹੋ ਦੋ ਵੈਕਿਊਲਸ ਹੈ। ਆ ਕਿਹੜਾ ਆਰਗੇਨਿਜ਼ਮ ਹੋ ਸਕਦਾ ਹੈ ਬਈ? ਦਿਸ ਇਜ਼ ਪੈਰਾਮੀਸ਼ੀਅਮ। ਪੈਰਾਮੀਸ਼ੀਅਮ ਬੇਟੇ, ਪੈਰਾਮੀਸ਼ੀਅਮ। ਦਿਸ ਇਜ਼ ਪੈਰਾਮੀਸ਼ੀਅਮ। ਠੀਕ ਹੈ, ਇਹਦੇ ਵਿੱਚ ਇਹ ਵੈਕਿਊਲ ਹੈ ਤੇ ਇਹ ਵੀ ਕੀ ਹੁੰਦਾ ਹੈ? ਇਹਨਾਂ ਦਾ ਕੰਮ ਵੀ ਕੀ ਹੈ? ਐਕਸਕ੍ਰੀਸ਼ਨ, ਰਿਮੂਵਲ ਆਫ ਦਾ ਲਿਕੁਇਡ ਬੋਡੀ ਵੇਸਟ, ਨਾਈਟ੍ਰੋਜਨਸ ਵੇਸਟ ਫਰੋਮ ਦਾ ਬੋਡੀ, ਤੇ ਪੈਰਾਮੀਸ਼ੀਅਮ ਦੇ ਵਿੱਚ ਹੁੰਦੀ ਹੈ। ਦਿਸ ਇਜ਼ ਨਾਟ ਬੈਕਟੀਰੀਆ ਬੇਟੇ, ਕਿਸੇ ਦਿਨ ਤੁਹਾਨੂੰ ਲਾਈਵ ਵਿਖਾਵਾਂਗੇ ਮੈਂ ਮਾਈਕਰੋਸਕੋਪ ਦੇ ਥੱਲੇ ਥੋੜਾ ਜਿਹਾ। ਤਾਂ ਇਹ ਜਿਹੜਾ ਹੈਗਾ ਆਪਾਂ ਇਹਨਾਂ ਦਾ ਕਲਚਰ ਕਰਾਂਗੇ ਤੂੜੀ ਲੈ ਕੇ ਤੇ ਤੁਹਾਨੂੰ ਲਾਈਵ ਵਿਖਾਵਾਂਗੇ ਚਲਦੇ ਫਿਰਦੇ ਇਨਸਾਈਡ ਦਾ ਮਾਈਕਰੋਸਕੋਪ। ਤਾਂ ਬੇਟੇ ਹੁਣ
ਜਿਹੜਾ ਵੈਕਿਊਲ ਹੈ ਇਹ ਐਂਡੋਸਾਈਟੋਸਿਸ ਤੇ ਐਕਸੋਸਾਈਟੋਸਿਸ ਲਈ ਵੀ ਹੈਲਪਫੁਲ ਹੈ। ਤਾਂ ਆਹ ਦੇਖੋ ਤੁਸੀਂ, ਆਹ ਵੈਕਿਊਲ ਬਣਿਆ, ਇਹਦੇ ਵਿੱਚ ਫੂਡ ਸੀ। ਫੂਡ ਨੂੰ ਡਾਈਜੈਸਟ ਕੌਣ ਕਰਦਾ ਹੈ? ਆਪਾਂ ਕੱਲ ਗੱਲ ਕੀਤੀ ਸੀ, ਲਾਈਜ਼ੋਸੋਮ। ਤਾਂ ਲਾਈਜ਼ੋਸੋਮ ਨੇ ਫੂਡ ਨੂੰ ਡਾਈਜੈਸਟ ਕਰਤਾ, ਉਹਨਾਂ ਵੈਕਿਊਲ ਦੇ ਵਿੱਚ ਵੇਸਟ ਰਹਿ ਗਿਆ ਐਂਡ ਇਟ ਵਿਲ ਗੋ ਆਊਟ। ਠੀਕ ਹੈ, ਦਿਸ ਵਿਲ ਗੋ ਆਊਟ। नो भाई अगला, that is mitochondria. So what is mitochondria? अच्छा ਇਹਦੇ ਚ Power of ਵੈਕਿਊਲ ਜਾਂ ਦੋ ਚੀਜ਼ਾਂ ਰਹਿ ਗਈਆਂ ਬੇਟੇ ਜਿਹੜੀਆਂ ਤੁਹਾਨੂੰ ਦੱਸਣੀਆਂ। ਜਿਹੜੇ ਵੈਕਿਊਲ ਹੈ ਨਾ, ਕੁਝ ਫੂਡ ਵੈਕਿਊਲ ਵੀ ਹੁੰਦੇ ਆ ਪ੍ਰੋਟੋਜ਼ੋਨਸ ਦੇ ਵਿੱਚ, ਫੈਗੋਜ਼ੋਮਸ ਕਹਿੰਦੇ ਆ ਉਹਨਾਂ ਨੂੰ। ਜਿਹੜੀ ਚੀਜ਼ ਹੁਣੇ ਦੱਸੀ ਹੈ ਤੁਸੀਂ, ਕਿਉਂਕਿ ਕਨਫਿਊਜ਼ ਨਾ ਹੋ ਜਾਓ ਵਿਦ ਆਪਣੇ ਕੱਲ ਆਪਾਂ ਗੱਲ ਕੀਤੀ ਸੀ ਲਾਈਜ਼ੋਸੋਮਸ ਦੀ ਤੇ ਵੈਕਿਊਲਸ ਦੀ, ਤੇ ਇਹ ਐਂਡੋਸਾਈਟੋਸਿਸ ਨਾਲ ਇਹਨਾਂ ਦੇ ਵਿੱਚ ਫੂਡ ਵੈਕਿਊਲ ਬਣਦੇ ਆ। ਤੇ ਕੁਝ ਥਾਵਾਂ ਤੇ 에ਅਰ ਵੈਕਿਊਲਸ ਆਰ ਆਲਸੋ ਪ੍ਰੈਜ਼ੈਂਟ। 에ਅਰ ਵੈਕਿਊਲ ਪਲਾਂਟ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਆ, ਆਈਸ਼ੋਰਨੀਆ ਵਗੈਰਾ ਤੇ ਹੋਰ, ਉਹਨਾਂ ਦੇ ਵਿੱਚ ਵੀ ਹੁੰਦੇ ਆ। ਤੇ ਉਹਨਾਂ ਦਾ ਕੰਮ ਕੀ ਹੈ? ਟੂ ਪ੍ਰੋਵਾਈਡ ਦਾ ਬਾਇਓਂਸੀ। ਠੀਕ ਹੈ, ਮਕੈਨੀਕਲ ਸਟਰੈਂਥ ਲਈ ਵੀ ਉਹਨਾਂ ਕੋਲ 에ਅਰ ਵੈਕਿਊਲਸ ਹੁੰਦੇ ਆ। ਲੋਟਸ ਹੈ, ਲੋਟਸ ਦੇ ਸਟੈਮ ਦੇ ਵਿੱਚ 에ਅਰ ਕੈਨਾਲਸ ਹੁੰਦੀਆਂ ਤੇ ਉਹਦੇ ਸੈਲਸ ਦੇ ਵਿੱਚ 에ਅਰ ਵੈਕਿਊਲਸ ਹੁੰਦੇ ਆ ਬੇਟੇ। ਤੇ 에ਅਰ ਵੈਕਿਊਲਸ ਕੀ ਕਰਦੇ ਆ? ਉਹਨੂੰ ਫਲੋਟ ਕਰਨ ਦੇ ਵਿੱਚ ਹੈਲਪਫੁਲ ਹੁੰਦੇ ਆ। ਸੋ ਯਾਦ ਰੱਖੋ, ਵੈਕਿਊਲਸ ਆਰ ਹੈਲਪਫੁਲ ਟੂ ਫਲੋਟ ਔਨ ਦਾ ਸਰਫੇਸ ਆਫ ਵਾਟਰ। ਤਾਂ ਨੋ ਮਾਈਟੋਕੌਂਡਰੀਆ। ਸੋ ਵਾਟ ਇਜ਼ ਮਾਈਟੋਕੌਂਡਰੀਆ? What is mitochondria? powerhouse of cell, sir. So it provides energy to the cell. Powerhouse of a cell, very good ਬੇਟੇ। ਤਾਂ ਮੈਂ ਉਦੋਂ ਤੁਹਾਨੂੰ ਇੱਕ ਗੱਲ ਦੱਸੀ ਸੀਗੀ, ਮੈਂ ਕਿਹਾ ਮਾਈਟੋਕੌਂਡਰੀਆ ਇਜ਼ ਨਾਟ ਅ ਪਾਰਟ ਆਫ ਸੈਲ। ਤਾਂ ਇਹ ਚੀਜ਼ ਦੱਸਣ ਤੋਂ ਪਹਿਲਾਂ ਨਾ ਇੱਕ ਛੋਟੀ ਜੀ ਸਾਈਡ ਤੇ ਚੱਲਦੇ ਹਾਂ ਆਪਾਂ, ਇਹ ਟੌਪਿਕ ਤੋਂ ਹਟ ਕੇ ਚੱਲਦੇ ਹਾਂ। ਹੁਣ ਮੈਂ ਤੁਹਾਨੂੰ ਦੱਸਦਾ ਵੀ ਅੰਨੇ ਤੇ ਲੰਗੜੇ ਦੀ ਕਹਾਣੀ ਸੁਣੀ ਹੋਈ ਹੈ ਤੁਸੀਂ ਸਾਰਿਆਂ ਨੇ? ਵੀ ਇੱਕ ਅੰਨਾ ਹੁੰਦਾ ਬਈ, ਇੱਕ ਲੰਗੜਾ ਹੁੰਦਾ ਹੈ, ਤੇ ਉਹ ਇਕੱਠੇ ਰਹਿੰਦੇ ਹੁੰਦੇ ਹੈ। ਤੇ ਉੱਥੇ ਨਾ ਫਲੱਡ ਆ ਜਾਂਦਾ ਹੈ, ਤੇ ਜਿਹੜਾ ਲੰਗੜਾ ਹੈ, ਜਿਹਦੀ ਲੱਤ ਖਰਾਬ ਹੈ, ਉਹ ਬਲਾਈਂਡ ਪਰਸਨ ਦੇ ਮੋਢਿਆਂ ਤੇ ਬਹਿ ਜਾਂਦਾ, ਉਹਨੂੰ ਰਸਤਾ ਦੱਸੀ ਜਾਂਦਾ ਹੈ। ਤੇ ਉਹ ਭੱਜ ਕੇ ਤੇ ਜਿੱਥੇ ਫਲੱਡ ਆਇਆ ਹੁੰਦਾ ਉੱਥੋਂ ਦੂਰ ਚਲੇ ਜਾਂਦੇ ਆ, ਦੋਵੇਂ ਬਚ ਜਾਂਦੇ ਆ। ਤਾਂ ਹੁਣ ਤੁਸੀਂ ਵੇਖੋ ਵੀ ਉਹਨਾਂ ਨੂੰ ਸਰਵਾਈਵ ਕਰਨ ਵਾਸਤੇ ਇੱਕ ਦੂਜੇ ਦੀ ਹੈਲਪ ਦੀ ਲੋੜ ਸੀ, ਇੱਕ ਦੂਜੇ ਤੋਂ ਬਿਨਾਂ ਉਹ ਸਰਵਾਈਵ ਨਹੀਂ ਕਰ ਸਕਦੇ ਸੀ। ਤਾਂ ਐਸੇ ਤਰੀਕੇ ਕੁਝ ਆਰਗੇਨਿਜ਼ਮ ਹੈ ਜਿਹੜੇ ਹਮੇਸ਼ਾ ਇਕੱਠੇ ਰਹਿੰਦੇ ਆ, ਉਹ ਇੱਕ ਦੂਜੇ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਤੇ ਇਸ ਐਸੋਸੀਏਸ਼ਨ ਨੂੰ ਕਹਿੰਦੇ ਆ ਸਿੰਬਾਇਸਿਸ, ਸਿੰਬਾਇਓਟਿਕ ਐਸੋਸੀਏਸ਼ਨ। ਜਿਵੇਂ ਟਰਮਾਈਟਸ ਹੈ, ਟਰਮਾਈਟਸ ਵੇਖੀਆਂ ਹੋਣੀਆਂ ਸਾਰਿਆਂ ਨੇ, ਸਿਉਂਕ, ਛੋਟੀ ਛੋਟੀਆਂ ਕੀੜੀਆਂ ਜੀਆਂ ਹੁੰਦੀਆਂ। ਤੇ ਬੇਟਾ ਉਹਨਾਂ ਕੋਲ ਟੀਥ ਨਹੀਂ ਹੁੰਦੇ, ਫਿਰ ਵੀ ਉਹ ਲੱਕੜ ਖਾ ਜਾਂਦੀਆਂ। ਪਤਾ ਕਿਵੇਂ ਖਾਂਦੀਆਂ? ਟ੍ਰਾਈਕੋਮੋਨਸ ਨਾਮ ਦਾ ਇੱਕ ਪ੍ਰੋਟੋਜ਼ੋਨ ਨਾ ਉਹਨਾਂ ਦੇ ਬੱਕਲ ਕੈਵਿਟੀ 'ਚ ਹੁੰਦਾ, ਸਲਾਈਵਾ 'ਚ ਹੁੰਦਾ। ਉਹ ਸੈਲੂਲੋਜ਼ ਨੂੰ ਡਿਜ਼ੋਲਵ ਕਰਕੇ ਸਿੰਪਲ ਸ਼ੂਗਰ 'ਚ ਕਨਵਰਟ ਕਰ ਦਿੰਦਾ ਹੈ। ਤੇ ਉਹ ਜਿਹੜੀਆਂ ਟਰਮਾਈਟਸ ਆ, ਉਹ ਪਹਿਲਾਂ ਆਪਣਾ ਸਲਾਈਵਾ ਲੱਕੜ ਤੇ ਪਾਉਂਦੀਆਂ, ਉਹਦੇ ਵਿੱਚ ਉਹ ਪ੍ਰੋਟੋਜ਼ੋਨ ਉਹਨੂੰ ਡਿਜ਼ੋਲਵ ਕਰਦਾ ਹੈ, ਗਲੂਕੋਜ਼ 'ਚ ਕਨਵਰਟ, ਸਿੰਪਲ ਸ਼ੂਗਰ 'ਚ ਕਨਵਰਟ ਕਰ ਦਿੰਦਾ ਹੈ। ਟਰਮਾਈਟਸ ਉਹਨੂੰ ਸੱਕ ਕਰ ਲੈਂਦੀਆਂ, ਤੇ ਉਹ ਜਿਹੜਾ ਪ੍ਰੋਟੋਜ਼ੋਨ ਹੈ ਉਹ ਟਰਮਾਈਟਸ ਨੂੰ ਫੂਡ ਦਿੰਦਾ ਹੈ, ਤੇ ਟਰਮਾਈਟਸ ਉਹਨੂੰ ਸ਼ੈਲਟਰ ਦਿੰਦੀਆਂ, ਰਹਿਣ ਲਈ ਜਗ੍ਹਾ। ਤੇ ਇਹ ਮੰਨਿਆ ਜਾਂਦਾ ਹੈ ਵੀ ਮਾਈਟੋਕੌਂਡਰੀਆ ਜੋ ਹੈ, ਇਟਸ ਸਿੰਬਾਇਓਟਿਕ ਆਰਗੇਨਿਜ਼ਮ ਵਿਦ ਸੈਲ। ਅਸਿਊਮ ਕੀਤਾ ਜਾਂਦਾ, ਨਾਟ ਸਾਇੰਟੀਫਿਕਲੀ ਪ੍ਰੂਵਡ, ਬਟ ਸਾਇੰਟਿਸਟ ਇਹਨੂੰ ਅਸਿਊਮ ਕਰਦੇ ਆ। ਤੇ ਇਹਦੇ ਬਾਰੇ ਅੱਗੇ ਚੱਲ ਕੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਤਾਂ ਦੇਖੋ ਬਈ, ਦਿਸ ਇਜ਼ ਦਾ ਮਾਈਟੋਕੌਂਡਰੀਆ। ਇੱਕ ਸੈੱਲ ਦੇ ਵਿੱਚ ਇਹਨਾਂ ਦਾ ਨੰਬਰ ਵੇਰੀਏਬਲ ਹੁੰਦਾ ਹੈ ਡਿਪੈਂਡਿੰਗ ਅਪੋਨ ਦਾ ਰਿਕੁਆਇਰਮੈਂਟ ਆਫ એનર્ਜੀ। ਜੇ ਆਪਾਂ ਫਲਾਈਟ ਮਸਲ ਸੈੱਲ ਆਫ ਮੋਸਕੀਟੋ ਦੀ ਗੱਲ ਕਰੀਏ, ਉਹਦੇ ਖੰਭਾਂ ਨਾਲ ਜਿਹੜੇ ਮਸਲਸ ਹੁੰਦੇ ਆ, ਤਾਂ ਉਹਦੇ ਵਿੱਚ ਮੋਰ ਦੈਨ 10,000 ਮਾਈਟੋਕੌਂਡਰੀਆਸ ਹੈ, ਕਿਉਂਕਿ ਬਹੁਤ ਜ਼ਿਆਦਾ એનર્ਜੀ ਪ੍ਰੋਵਾਈਡ ਕਰਨੀ ਹੈ। ਤੇ ਜੇ ਕੁਛ ਸਿੰਪਲ ਸੈਲਸ ਦੀ ਗੱਲ ਕਰੀਏ, ਉੱਥੇ 2, 3, 5, 10 ਕਿੰਨੇ ਵੀ ਹੋ ਸਕਦੇ ਆ। ਤੁਹਾਨੂੰ ਮਾਈਟੋਕੌਂਡਰੀਆ ਇਟਸ ਡਬਲ ਮੈਂਬਰੇਨ ਸਿਸਟਮ। ਦਿਸ ਇਜ਼ ਦਾ ਆਊਟਰ ਮੈਂਬਰੇਨ। ਧਿਆਨ ਨਾਲ ਦੇਖੋ, ਦਿਸ ਇਜ਼ ਦਾ ਆਊਟਰ ਮੈਂਬਰੇਨ, ਦਿਸ ਇਜ਼ ਦਾ ਇਨਰ ਮੈਂਬਰੇਨ। ਇਹ ਇਨਵੈਜੀਨੇਸ਼ਨ ਤੇ ਇਵੈਜੀਨੇਸ਼ਨਸ ਹੈ, ਇਹਨਾਂ ਚੀਜ਼ਾਂ ਨੂੰ ਕਹਿੰਦੇ ਆ ਕ੍ਰਿਸਟੇ। ਥੀਸ ਆਰ ਕਾਲਡ ਐਜ਼ ਕ੍ਰਿਸਟੇ, ਥੀਸ ਆਰ ਕਾਲਡ ਐਜ਼ ਕ੍ਰਿਸਟੇ। ਤਾਂ ਇਹ ਮਾਈਟੋਕੌਂਡਰੀਆ ਕੀ ਹੈ ਬੇਟੇ? ਆਓ ਤੁਹਾਨੂੰ ਦਿਖਾਈਏ ਹੁਣ ਇਹਦੀ ਅਲਟਰਾ ਸਟਰਕਚਰ। ਤਾਂ ਇਹਦੀ ਅਲਟਰਾ ਸਟਰਕਚਰ ਦੇ ਵਿੱਚ ਵੇਖੋ ਬੇਟੇ, ਦਿਸ ਇਜ਼ ਦਾ ਆਊਟਰ ਮੈਂਬਰੇਨ,
ਆ ਫੋਲਡਡ ਜਿਹੜੀ ਹੈਗੀ ਹੈ ਦਿਸ ਇਜ਼ ਦਾ ਇਨਰ ਮੈਂਬਰੇਨ। ਇਹਦੇ ਕੋਲ ਆਪਣੇ ਰਾਈਬੋਸੋਮਸ ਆ, ਗ੍ਰੀਨ ਕਲਰ ਦੇ ਦਿਖਾਈ ਦੇ ਰਹੇ ਹੈ ਨਾ, these are the ਰਾਈਬੋਸੋਮਸ। ਤੇ ਜਿਹੜੀਆਂ ਇਹਦੀਆਂ ਇਨਵੈਜੀਨੇਸ਼ਨਸ ਹੈ ਇਹਦੇ ਉੱਪਰ ਯੂ ਕੈਨ ਸੀ ਦਾ ਐਫ ਪਾਰਟੀਕਲਸ। ਠੀਕ ਹੈ, ਇਹ ਕੀ ਹੈ, ਇਹ ਰੈਸਪੀਰੇਸ਼ਨ ਦੇ ਕੰਮ ਆਉਂਦੇ ਹੈ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਦੇਖੋ, ਇਟ ਹੈਜ਼ ਇਟਸ ਓਨ ਡੀਐਨਏ। ਇਹਦੇ ਕੋਲ ਆਪਣਾ ਡੀਐਨਏ ਹੈ, ਸਰਕੂਲਰ ਐਂਡ ਨੇਕਡ, ਗੋ ਸਰਕੂਲਰ ਐਂਡ ਨੇਕਡ ਡੀਐਨਏ। ਹੁਣ ਇਹਨਾਂ ਪੁਆਇੰਟਸ ਨੂੰ ਤੁਸੀਂ ਦਿਮਾਗ 'ਚ ਰੱਖਣਾ ਹੈ, ਮੈਂ ਦੁਬਾਰਾ ਰਿਪੀਟ ਕਰਨ ਲੱਗਿਆ ਕਿਉਂਕਿ ਇਹ ਪੁਆਇੰਟਸ ਆਪਣੇ ਅੱਗੇ ਕੰਮ ਹੋਣੇ ਹੈ। ਦੇਖੋ, ਡਬਲ ਮੈਂਬਰੇਨ ਸਿਸਟਮ, ਦਿਸ ਇਜ਼ ਦਾ ਆਊਟਰ ਮੈਂਬਰੇਨ, ਦਿਸ ਇਜ਼ ਦਾ ਇਨਰ ਮੈਂਬਰੇਨ। ਠੀਕ ਹੈ, ਇਨਰ ਮੈਂਬਰੇਨ ਫੋਲਡਡ ਫਾਰਮ ਹੈ, ਇਹਦੇ ਵਿੱਚ ਆਪਣੇ ਰਾਈਬੋਸੋਮਸ ਹੈ, ਰਾਈਬੋਸੋਮਸ ਆਰ ਦਾ ਪ੍ਰੋਟੀਨ ਫੈਕਟਰੀਜ਼। ਇਹਦੇ ਕੋਲ ਆਪਣਾ ਡੀਐਨਏ ਹੈ, ਇਟ ਹੈਜ਼ ਇਟਸ ਓਨ ਡੀਐਨਏ that is circular। ਤੇ ਜਿਹੜੀਆਂ ਇਨਵੈਜੀਨੇਸ਼ਨਸ ਹੈ ਉਹਦੇ ਉੱਪਰ ਐਫ ਪਾਰਟੀਕਲਸ ਹੈਗੇ ਆ, ਇਹਨਾਂ ਬਾਰੇ ਡਿਟੇਲ 'ਚ ਗੱਲ ਕਰਨੀ ਆ। ਆਕਸੀਸੋਮਸ ਕਹਿੰਦੇ ਆ ਇਹਨਾਂ ਨੂੰ, these are just for the production of ATP। ਠੀਕ ਹੈ, ਆ ਜਾਓ ਅੱਗੇ ਬਈ। ਹੁਣ ਦੇਖੋ, these are the F particles। ਤਾਂ ਆ ਜਿਹੜਾ ਇਹਦੇ ਵਿੱਚ this is the head, ਇਹ ਕ੍ਰਿਸਟੇ ਦੇ ਉੱਪਰ ਹੁੰਦੇ ਆ, ਵੇਖੋ ਦਿਖਦੇ ਪਏ ਨੇ F particles ਆਕਸੀਸੋਮਸ। this is the pedicel and this is the base। ਤਾਂ ਤੁਹਾਡੇ ਸਿਲੇਬਸ ਦੇ ਵਿੱਚ ਜਸਟ ਇਹਦੀ ਜਿਹੜੀ ਸ਼ੇਪ ਹੀ ਹੈ, ਇੱਥੇ ਕਿਹੜੀਆਂ ਪ੍ਰੋਸੈਸਿਸ ਚੱਲਦੀਆਂ ਉਹਨਾਂ ਦੀ ਡਿਟੇਲ ਨਹੀਂ ਦਿੱਤੀ ਹੋਈ। ਤਾਂ ਸਾਰਿਆਂ ਤੋਂ ਪਹਿਲਾਂ ਹੁਣ ਆਪਾਂ ਅਲਟਰਾ ਸਟਰਕਚਰ ਬਾਰੇ ਗੱਲ ਹੋ ਗਈ, ਐਫ ਪਾਰਟੀਕਲਸ ਬਾਰੇ ਗੱਲ ਹੋ ਗਈ। ਠੀਕ ਹੈ, ਇਹਨੂੰ ਹੈਡ, ਪੈਡੀਸਲ ਤੇ ਬੇਸ, ਜਾਂ ਇਹਨੂੰ ਸਟਾਕ ਵੀ ਕਿਹਾ ਜਾਂਦਾ ਹੈ ਬਈ। ਠੀਕ ਹੈ, ਇਸ ਪੋਰਸ਼ਨ ਨੂੰ ਕਹਿੰਦੇ ਹੈ F1 ਐਂਡ ਦਿਸ ਇਜ਼ ਕਾਲਡ ਐਜ਼ F0। ਤੇ ਇੱਥੇ ਹੁੰਦਾ ਕੀ ਹੈ, ਫਾਰਮੇਸ਼ਨ ਆਫ ATP। ਠੀਕ ਹੈ, ਤਾਂ ਬਈ ਸਾਰਿਆਂ ਤੋਂ ਪਹਿਲਾਂ ਆਪਾਂ ਇਹਦੇ, ਚਲੋ ਪਹਿਲਾਂ ਆਪਾਂ ਵੇਖੀਏ ਇਹਦੀ ਆਟੋਨੋਮੀ। ਹੁਣ ਬੱਚੇ ਉਸ ਦਿਨ ਨਿਮਰ ਵਾਹਵਾ ਕਾਹਲੀ ਪਈ ਜਾਂਦੀ ਸੀ, ਕਹਿੰਦੀ ਸਰ ਦੱਸੋ ਵੀ ਮਾਈਟੋਕੌਂਡਰੀਆ ਸੈੱਲ ਦਾ ਪਾਰਟ ਕਿਉਂ ਨਹੀਂ। ਤਾਂ ਹੁਣ ਆਪਾਂ ਪ੍ਰੂਫ ਤਾਂ ਨਹੀਂ ਕਰ ਸਕਦੇ ਬਟ ਆਪਾਂ ਦੱਸ ਸਕਦੇ ਹਾਂ। ਤਾਂ ਦੇਖੋ ਬਈ, ਆ ਕੀ ਹੈ, ਦਿਸ ਇਜ਼ ਬੈਕਟੀਰੀਆ। ਇਹਦੇ ਕੋਲ ਆਊਟਰ ਸੈੱਲ ਵਾਲ ਤੇ ਇਨਰ ਸੈੱਲ ਮੈਂਬਰੇਨ। ਇਹਦੇ ਕੋਲ ਆਊਟਰ ਮੈਂਬਰੇਨ ਤੇ ਇਨਰ ਮੈਂਬਰੇਨ। ਇਹਦੀ ਇਨਰ ਮੈਂਬਰੇਨ ਇਟਸ ਹਾਈਲੀ ਫੋਲਡਡ, ਇਹ ਵੀ ਫੋਲਡਡ ਹੁੰਦੀ ਹੈ। ਤੇ ਮਾਈਟੋਕੌਂਡਰੀਆ ਦੀ ਇਨਰ ਮੈਂਬਰੇਨ ਇਟਸ ਅਗੇਨ ਹਾਈਲੀ ਫੋਲਡਡ। ਫਿਰ ਵੇਖੋ ਬਈ, ਇਹਦੇ ਕੋਲ ਸਰਕੂਲਰ ਸਿੰਗਲ ਡੀਐਨਏ। ਇਹਦੇ ਕੋਲ ਵੀ ਜੇ ਆਪਾਂ ਪਿੱਛੇ ਜਾਈਏ ਤਾਂ ਸਰਕੂਲਰ ਡੀਐਨਏ। ਇਹਦੇ ਕੋਲ ਐਕਸਟਰਾ ਡੀਐਨਏ ਇਨ ਫਾਰਮ ਆਫ ਪਲਾਜ਼ਮਿਡ, ਤੇ ਇਹਦੇ ਕੋਲ ਵੀ ਐਕਸਟਰਾ ਡੀਐਨਏ ਮੋਲੀਕਿਊਲ ਹੋ ਸਕਦੀ ਹੈ। ਇੱਕ ਸਭ ਤੋਂ ਵੱਡੀ ਗੱਲ ਬੇਟੇ, ਵੀ ਜਿਹੜਾ ਬੈਕਟੀਰੀਆ ਹੈ ਇਹਦੇ ਰਾਈਬੋਸੋਮ 70S ਹੁੰਦੇ ਹੈ। S ਮੀਨ ਸੈਡੀਮੈਂਟੇਸ਼ਨ ਕੋਫੀਸ਼ੀਐਂਟ, ਇਹ ਤੁਹਾਨੂੰ ਉਸ ਦਿਨ ਸਮਝਾਇਆ ਸੀ, ਅੱਜ ਜ਼ਿਆਦਾ ਟਾਈਮ ਨਹੀਂ ਲਗਾਵਾਂਗੇ। ਤਾਂ ਇਹਦੇ ਕੋਲ 70S ਹੁੰਦੇ ਹੈ ਪ੍ਰੋਕੈਰੀਓਟਿਕ ਸੈੱਲ ਕੋਲ, ਤੇ ਮਾਈਟੋਕੌਂਡਰੀਆ ਕੋਲ ਵੀ 70S ਹੈ। ਇਟ ਹੈਜ਼ ਆਲਸੋ 70S ਰਾਈਬੋਸੋਮਸ। ਤਾਂ ਬੇਟੇ ਉਸ ਤੋਂ ਬਾਅਦ ਇਹ ਬਾਈਨਰੀ ਫਿਜ਼ਨ ਸ਼ੋ ਕਰਦਾ ਹੈ, ਮਾਈਟੋਕੌਂਡਰੀਆ ਵੀ ਸੈੱਲ ਦੇ ਵਿੱਚ ਬਾਈਨਰੀ ਫਿਜ਼ਨ ਸ਼ੋ ਕਰ ਸਕਦਾ ਹੈ। ਜਿਹੜੇ ਮੋਡ ਆਫ ਰਿਪਰੋਡਕਸ਼ਨ ਇਹਦੇ ਚ ਹੈ ਉਹੀ ਮੋਡ ਆਫ ਰਿਪਰੋਡਕਸ਼ਨ ਇਹਦੇ ਚ ਹੈ। ਠੀਕ ਹੈ, ਸੋ ਇਹ ਅਸਿਊਮ ਕੀਤਾ ਗਿਆ ਹੈ ਵੀ ਇਹ ਜਿਹੜਾ ਮਾਈਟੋਕੌਂਡਰੀਆ ਹੈ ਇਟਸ ਐਨ ਆਟੋਨੋਮਸ ਬਾਡੀ, ਤੇ ਇਹ ਸੈੱਲ ਦੇ ਅੰਦਰ ਫ੍ਰੀਲੀ ਰਹਿੰਦਾ ਹੈ। ਇਹ ਸੈੱਲ ਨੂੰ એનર્ਜੀ ਪ੍ਰੋਵਾਈਡ ਕਰਦਾ ਹੈ ਤੇ ਸੈੱਲ ਇਹਨੂੰ ਕੀ ਪ੍ਰੋਵਾਈਡ ਕਰਦਾ ਹੈ, ਸ਼ੈਲਟਰ। ਤਾਂ ਹੁਣ ਆਟੋਨੋਮੀ ਦੇ ਵਿੱਚ ਆਪਾਂ ਕਿਹੜੇ ਕਿਹੜੇ ਪੁਆਇੰਟ ਪੜ੍ਹਨੇ ਆ। ਮਾਈਟੋਕੌਂਡਰੀਆ ਹੈਵ ਇਟਸ ਓਨ ਡੀਐਨਏ, ਆਪਾਂ ਡਾਇਗਰਾਮ 'ਚ ਚੱਲਦੇ ਹਾਂ। ਹੈਜ਼ ਇਟਸ ਓਨ ਡੀਐਨਏ, ਇਹਦੇ ਕੋਲ ਆਪਣਾ mRNA, ਆਪਣਾ rRNA ਤੇ ਆਪਣਾ tRNA ਹੈ। ਇਹਦੇ ਕੋਲ ਆਪਣੇ ਸੈੱਲ ਆਰਗੇਨੈਲੀਜ਼ ਹੈ। ਅੱਛਾ, ਇੱਕ ਚੀਜ਼ ਹੋਰ ਇੱਥੇ ਆ ਜਾਓ, ਇਹਦੀ ਜਿਹੜੀ ਮੀਜ਼ੋਜ਼ੋਮ ਹੈ ਉਹ ਤੇ ਤੁਹਾਨੂੰ ਦੱਸਿਆ ਸੀ ਰੈਸਪੀਰੇਟਰੀ ਪਾਰਟੀਕਲਸ ਹੁੰਦੇ ਆ, ਉਹਨਾਂ ਨੂੰ ਕੌਂਡਰੋਇਡਸ ਕਿਹਾ ਸੀ। ਠੀਕ ਹੈ, ਤੇ ਇਹਦੇ ਵਿੱਚ ਕੀ ਹੈ ਬੇਟੇ, ਇਹਦੇ ਵਿੱਚ ਵੀ ਰੈਸਪੀਰੇਟਰੀ ਪਾਰਟੀਕਲ ਹੈ, ਇਹਨਾਂ ਨੂੰ ਐਫ ਪਾਰਟੀਕਲ ਜਾਂ ਆਕਸੀਸੋਮਸ ਕਹਿੰਦੇ ਆਪਾਂ। ਠੀਕ ਹੈ, ਇਹ ਬਹੁਤ ਸਾਰੇ ਐਂਜ਼ਾਈਮ ਆਪਣੇ ਲਈ ਆਪ ਬਣਾ ਸਕਦਾ ਹੈ।
ਤੇ ਬੈਕਟੀਰੀਆ ਵੀ ਬਣਾ ਸਕਦਾ ਹੈ। ਇਹ ਇੰਟਰਨਲੀ ਗਰੋ ਕਰਦਾ ਹੈ, ਬੈਕਟੀਰੀਆ ਵੀ ਗਰੋ ਕਰਦਾ ਹੈ। ਠੀਕ ਹੈ, ਤਾਂ ਇਹਦੇ ਚ ਡਿਵੀਜ਼ਨ ਕਿਵੇਂ ਹੁੰਦੀ ਹੈ? ਬਾਈ ਬਾਈਨਰੀ ਫਿਜ਼ਨ, ਪ੍ਰੀ ਐਗਜ਼ਿਸਟਿੰਗ ਮਾਈਟੋਕੌਂਡਰੀਆ ਤੋਂ ਹੁੰਦੀ ਹੈ। ਤਾਂ ਬੇਟੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬੈਕਟੀਰੀਆ ਦੇ ਵਿੱਚ ਵੀ ਸ਼ੋ ਹੁੰਦੀਆਂ ਤੇ ਮਾਈਟੋਕੌਂਡਰੀਆ ਦੇ ਵਿੱਚ ਵੀ। ਸਾਰਿਆਂ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਵੀ ਇਟਸ ਏ ਸਿੰਬਾਇਓਟਿਕ ਆਰਗੇਨਿਜ਼ਮ। ਤੇ ਦੂਸਰਾ ਆਟੋਨੋਮਸ ਕਿਉਂ ਹੈ? ਕਿਉਂਕਿ ਆਪਦੀਆਂ ਸਾਰੀਆਂ ਲਾਈਫ ਪ੍ਰੋਸੈਸਿਸ ਇਹ ਆਪ ਹੀ ਕਰਦਾ ਹੈ। That's why it is called as autonomous body. Autonomous body in the cell. So ਬੇਟੇ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਣਾ ਹੈ। Know what are the functions? ਇੱਕ ਫੰਕਸ਼ਨ ਤਾਂ ਤੁਹਾਨੂੰ ਪਤਾ ਹੀ ਹੈ। ਕੀ ਫੰਕਸ਼ਨ ਪਤਾ ਹੈ? ਕਿ it's the powerhouse of a cell. It's the powerhouse of the cell. ਤਾਂ it can produce energy for the cell. ਤਾਂ ਉਸ ਤੋਂ ਬਾਅਦ ਬੇਟੇ ਦੂਜਾ ਜਿਹੜਾ ਇਹਦਾ ਫੰਕਸ਼ਨ ਹੈ, ਬਹੁਤ ਸਾਰੇ ਬਾਇਓਕੈਮੀਕਲ ਸਿੰਥੇਸਾਈਜ਼ ਕਰਦਾ ਹੈ, ਜਿਹੜੇ ਕਿ ਜਿਵੇਂ ਕਲੋਰੋਫਿਲ, ਸਾਈਟੋਕ੍ਰੋਮ, ਪਾਇਰੀਮਿਡੀਨ, ਸਟੀਰੋਇਡ, ਅਲਕੇਲੋਇਡਸ, these are produced by ਮਾਈਟੋਕੌਂਡਰੀਆ। ਤਾਂ ਉਸ ਤੋਂ ਬਾਅਦ ਬੇਟੇ ਜਿਹੜੀ ਮਤਲਬ ਕਿ ਸਿੰਥੇਸਾਈਜ਼ ਫੈਟੀ ਐਸਿਡਸ, ਐਂਜ਼ਾਈਮਸ ਤੇ ਇਹ ਜਿਹੜਾ ਡਾਈਜੈਸ਼ਨ ਆਫ ਫੂਡ ਹੈ ਉਹ ਵੀ ਇਹਦਾ ਇੱਕ ਆਪਣਾ ਮੈਕੈਨਿਜ਼ਮ ਹੈਗਾ। ਜਿਹੜੇ ਸਾਡੇ ਲਈ ਬਹੁਤ ਐਸੈਂਸ਼ੀਅਲ ਅਮਾਈਨੋ ਐਸਿਡਸ ਦੇ ਵਿੱਚ ਆ ਜਾਂਦੇ ਆ ਉਹ ਵੀ ਇਹਦੇ ਵਿੱਚ ਪ੍ਰੋਡਿਊਸ ਹੁੰਦੇ ਆ, ਜਿਵੇਂ ਕਿ ਗਲੂਟੈਮਿਕ ਐਸਿਡ, ਸਪਾਰਟਿਕ ਐਸਿਡ, ਠੀਕ ਹੈ, ਐਲਫਾ ਕੀਟੋਗਲੂਟੈਰਿਕ ਐਸਿਡ, ਆਕਜ਼ੈਲਿਕ ਐਸਿਡ, ਇਹ ਸਾਰੇ ਸਾਡੇ ਜਿਹੜੇ ਇਹਦੇ ਵਿੱਚ ਪ੍ਰੋਡਿਊਸ ਹੁੰਦੇ ਆ। ਤੇ ਇਹ ਰਿਲੀਜ਼ ਕੈਲਸ਼ੀਅਮ ਵੈਨ ਰਿਕੁਆਇਰਡ, ਇਹ ਕੈਲਸ਼ੀਅਮ ਵੀ ਸਾਡੀ ਬੋਡੀ ਦੇ ਵਿੱਚ, ਸਾਡੀ ਸੈੱਲ ਦੇ ਵਿੱਚ ਰਿਲੀਜ਼ ਕਰਦਾ ਹੈ। ਸੋ ਬੇਟੇ ਤੁਹਾਨੂੰ ਇਹਦੇ ਤੋਂ ਸੌਰੀ ਮਾਈਟੋਕੌਂਡਰੀਆ ਬਾਰੇ ਪਤਾ ਲੱਗ ਗਿਆ ਹੋਊਗਾ। ਮਾਈਟੋਕੌਂਡਰੀਆ ਕੀ ਹੈ? ਇਟਸ ਏ ਪਾਵਰ ਹਾਊਸ। ਇਹਦੇ ਡਬਲ ਮੈਂਬਰੇਨ ਸਿਸਟਮ ਹੈ, ਇਹਦੇ ਕੋਲ ਆਪਣੇ ਰਾਈਬੋਸੋਮ ਹੈ, ਆਪਣਾ ਸਰਕੂਲਰ ਡੀਐਨਏ ਹੈ, ਆਪਣੇ ਰੈਸਪੀਰੇਟਰੀ ਪਾਰਟੀਕਲਸ ਹੈ, ਠੀਕ ਹੈ। ਤੇ ਇਹ ਇਹਦਾ ਨੰਬਰ ਕੀ ਹੈ? ਸੈੱਲ ਦੇ ਵਰਕ ਤੇ ਸੈੱਲ ਰਿਕੁਆਇਰਮੈਂਟ ਆਫ એનર્ਜੀ ਤੇ ਡਿਪੈਂਡ ਕਰਦਾ ਹੈ। ਤਾਂ ਇਹ ਦਿਸ ਇਜ਼ ਦਾ ਮਾਈਟੋਕੌਂਡਰੀਆ। ਤਾਂ ਆ ਵੇਖੋ ਬਈ ਮਾਈਟੋਕੌਂਡਰੀਆ ਦੇ ਵਿੱਚ ਇਹਦਾ ਆਪਦਾ ਡੀਐਨਏ, ਆ ਡੀਐਨਏ ਕਿਹਦਾ ਹੈ? ਦਿਸ ਇਜ਼ ਦਾ ਬੈਕਟੀਰੀਆ। ਇਹਦੇ ਕੋਲ ਵੀ ਮੈਂਬਰੇਨ ਫੋਲਡਡ ਹੈ, ਇਹਦੇ ਕੋਲ ਵੀ ਫੋਲਡਡ ਮੈਂਬਰੇਨ ਹੈ। ਇਹਦੇ ਕੋਲ 2 ਮੈਂਬਰੇਨ ਸਿਸਟਮ ਹੈ, ਇਹਦੇ ਕੋਲ ਬਾਹਰ ਕੀ ਹੈ? ਸੈੱਲ ਵਾਲ ਹੈ। ਸੋ ਜਿਹੜਾ ਬੈਕਟੀਰੀਆ ਤੇ ਮਾਈਟੋਕੌਂਡਰੀਆ ਦੇ ਆਰ ਸਿਮਿਲਰ ਵਿਦ ਈਚ ਅਦਰ। ਹੁਣ ਅਗਲੀ ਚੀਜ਼ ਆ ਗਈ ਬਈ, this is chloroplast, this is plastids, this is the chloroplast। ਤਾਂ ਕਲੋਰੋਪਲਾਸਟ ਅਰਨੈਸਟ ਹੈਕਲ ਨੇ 1866 1866 ਦੇ ਵਿੱਚ ਲੱਭਿਆ ਸੀਗਾ, ਠੀਕ ਹੈ। ਤੇ ਇਹ ਵੀ ਸੈਮੀ ਆਟੋਨੋਮਸ ਹੈ ਬਈ। ਸੈਮੀ ਆਟੋਨੋਮਸ ਕਿਵੇਂ ਹੈ? ਵੀ ਇਹ ਵੀ ਬਹੁਤ ਸਾਰਾ ਮਟੀਰੀਅਲ ਇਹਦੇ ਕੋਲ ਜਸਟ ਲਾਈਕ ਮਾਈਟੋਕੌਂਡਰੀਆ ਆਰਗੇਨੇਲਿਸ ਆਪਦੇ ਹੈ, ਆਪਦਾ ਸਿਸਟਮ ਹੈ। ਤੇ ਕੁਝ ਸਾਇੰਟਿਸਟ ਇਹਨੂੰ ਵੀ ਕੀ ਮੰਨਦੇ ਆ ਵੀ ਦਿਸ ਇਜ਼ ਸਿੰਬਾਇਓਟਿਕ ਵਿਦ ਪਲਾਂਟ ਸੈਲ, ਠੀਕ ਹੈ। ਤਾਂ ਕਿਸੇ ਵੀ ਪਲਾਂਟ ਦਾ ਜੋ ਕਲਰ ਹੈ ਨਾ, that depends upon the plastids। ਯਾਦ ਰੱਖੋ, color depends upon the plastids। ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ, ਠੀਕ ਹੈ। ਲਿਊਕੋਪਲਾਸਟ, ਸਾਰਿਆਂ ਤੋਂ ਪਹਿਲਾਂ ਲਿਊਕੋਪਲਾਸਟ, ਇਹਦੀਆਂ ਜਿਹੜੀਆਂ ਟਾਈਪਸ ਹੈ ਉਹ 3 ਟਾਈਪਸ ਹੈ, ਲਿਊਕੋਪਲਾਸਟ, ਕ੍ਰੋਮੋਪਲਾਸਟ ਤੇ ਕਲੋਰੋਪਲਾਸਟ। ਤਾਂ ਸਾਰਿਆਂ ਤੋਂ ਪਹਿਲੀ ਟਾਈਪ ਬੇਟੇ ਲਿਊਕੋਪਲਾਸਟ। ਲਿਊਕੋਸ ਦਾ ਮਤਲਬ ਹੁੰਦਾ ਹੈ ਕਲਰਲੈਸ। ਤੁਸੀਂ ਪੜ੍ਹਿਆ ਲਿਊਕੋਸਾਈਟ ਇਨ ਹਿਊਮਨ ਬੋਡੀ। ਵਾਟ ਆਰ ਲਿਊਕੋਸਾਈਟਸ? WBCs। ਵਾਟ ਆਰ WBCs? white blood corpuscles, ਠੀਕ ਹੈ, white blood cells। ਤਾਂ they are colorless, they are white। ਤੇ ਜਿਹੜੇ ਲਿਊਕੋਪਲਾਸਟ ਹੈ they are also white, ਠੀਕ ਹੈ। ਤਾਂ ਹੁਣ ਸਟਰਕਚਰ ਸਾਰਿਆਂ ਦੀ ਸੇਮ ਹੁੰਦੀ ਹੈ, ਇਹਨਾਂ 'ਚ ਵੀ ਡਬਲ ਮੈਂਬਰੇਨ ਸਿਸਟਮ ਹੈ। ਆ ਜਿਹੜਾ ਪਲੇਟ ਲਾਈਕ ਸਟਰਕਚਰ ਦਿਖਦੇ ਪਏ ਨਾ ਤੁਹਾਨੂੰ, ਆ ਪਲੇਟ ਲਾਈਕ ਸਟਰਕਚਰ, these are called as ਥੈਲੇਕੋਇਡ। ਤੇ ਇੱਕ ਦੂਜੇ ਦੇ ਉੱਪਰ ਜੁੜ ਕੇ ਕੀ ਬਣਾਉਂਦੇ ਆ? ਸਟੈਕ ਆਫ ਥੈਲੇਕੋਇਡ ਨੂੰ ਕਹਿੰਦੇ ਆ ਗਰਾਣਾ, ਜਾਂ ਸਿੰਗੂਲਰ ਦੇ ਵਿੱਚ ਗ੍ਰੈਨਮ। these are fused with intergranal lamellae, ਠੀਕ ਹੈ।
ਤੇ ਜਿਹੜਾ ਲਿਊਕੋਪਲਾਸਟ ਹੈ ਉਹ ਇਹਦੇ ਵਿੱਚ ਗ੍ਰਾਨਾ ਹੈਜ਼ ਨੋ ਫੋਟੋਸਿੰਥੈਟਿਕ ਪਿਗਮੈਂਟ। ਗ੍ਰਾਨਾ ਕੋਲ ਕੋਈ ਫੋਟੋਸਿੰਥੈਟਿਕ ਪਿਗਮੈਂਟ ਨਹੀਂ ਹੁੰਦੀ, ਜਿਹਦੇ ਕਰਕੇ ਵਾਈਟ ਹੁੰਦੇ ਹੈ। ਤੇ ਜੇ ਵਾਈਟ ਹੁੰਦੇ ਹੈ ਤਾਂ ਫਿਰ ਇਹਨਾਂ ਦਾ ਕੰਮ ਕੀ ਹੋਊਗਾ? ਸਟੋਰੇਜ। ਸੋ ਸਟੋਰੇਜ ਕਾਦੀ? ਤਾਂ ਧਿਆਨ ਨਾਲ ਯਾਦ ਰੱਖੋ ਵੀ ਸਟੋਰੇਜ ਇਹ ਕਾਦੀ ਕਰ ਸਕਦੀ ਹੈ। ਜਿਸ ਤਰ੍ਹਾਂ ਸਟਾਰਚ ਸਟੋਰ ਕੀਤਾ ਹੈ ਜਾਂ ਪ੍ਰੋਟੀਨ ਸਟੋਰ ਕੀਤੀ ਹੈ ਤਾਂ ਉਹਨਾਂ ਨੂੰ ਕਹਿੰਦੇ ਆ ਮਾਈਲੋਪਲਾਸਟ। ਪੋਟੈਟੋ ਟਿਊਬਰ, ਰਾਈਸ ਐਂਡ ਵੀਟ ਜਿੱਥੇ ਸਟਾਰਚ ਸਟੋਰ ਕਰਦੇ ਆ ਉੱਥੇ ਇਹਨੂੰ ਕਹਿੰਦੇ ਆ ਮਾਈਲੋਪਲਾਸਟ। ਜੇ ਲਿਪਿਡ ਜਾਂ ਆਇਲ ਸਟੋਰ ਕਰਦੇ ਆ, ਫੈਟ ਸਟੋਰ ਕਰਦੇ ਆ ਤਾਂ ਉੱਥੇ ਇਹਨਾਂ ਨੂੰ ਕਹਿੰਦੇ ਆ ਇਲੀਓਪਲਾਸਟ। ਇਲੀਓਪਲਾਸਟ ਫੈਟ ਹੋਰ ਇਲੀਓਪਲਾਸਟ। ਠੀਕ ਹੈ। ਇਲਿਊਰੋ ਤੇ ਪ੍ਰੋਟੀਓਪਲਾਸਟ that mean they store the protein। ਠੀਕ ਹੈ। ਤਾਂ ਮੇਜ਼ ਠੀਕ ਹੈ। ਤਾਂ ਅਮੋਰਫਸ ਪ੍ਰੋਟੀਨ ਇਹ ਕਿਹਦੇ ਵਿੱਚ ਹੋ ਸਕਦੀ ਹੈ? ਮੇਜ਼ ਦੇ ਵਿੱਚ, ਐਂਡੋਸਪਰਮ ਸੈੱਲ ਆਫ ਕਾਸਟਰ, ਰਿੰਡ ਹੁੰਦੇ ਨਾ, ਰਿੰਡ ਦੇ ਜਿਹੜੇ ਸੀਡ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦੇ ਆ? ਇਲਿਊਰੋਪਲਾਸਟ। ਤਾਂ ਇਹ ਜਿਹੜੇ ਕਲਰਲੈਸ ਹੁੰਦੇ ਆ ਲਿਊਕੋਪਲਾਸਟ, these are of 3 types: ਇਲੀਓਪਲਾਸਟ, ਪ੍ਰੋਟੀਨੋਪਲਾਸਟ ਤੇ ਇਲਿਊਰੋਪਲਾਸਟ। ਇਹ ਚੀਜ਼ ਬੇਟਾ ਆਪਾਂ ਮਾਈਲੋਪਲਾਸਟ, ਇਲੀਓਪਲਾਸਟ ਤੇ ਇਲਿਊਰੋਪਲਾਸਟ ਇਹ 3 ਤਰ੍ਹਾਂ ਦੇ ਹੁੰਦੇ ਆ। ਠੀਕ ਹੈ। ਤਾਂ ਚਲੋ ਅਗਲੇ ਪੜ੍ਹਦੇ ਹਾਂ ਕ੍ਰੋਮੋਪਲਾਸਟ। So chrome word comes from chroma, that means these are colored। ਇਹ colored ਹੁੰਦੇ ਆ। ਤਾਂ ਹੁਣ ਤੁਸੀਂ ਵੇਖਿਆ ਹੋਣਾ ਚਿਲੀ, ਇਟਸ ਰੈਡ। ਤਾਂ ਉਹਦੇ ਚ ਕੀ ਹੋਊਗਾ? ਕ੍ਰੋਮੋਪਲਾਸਟ। ਕ੍ਰੋਮੋਪਲਾਸਟ ਕੰਟੇਨਿੰਗ ਕੈਰਟੀਨੋਇਡਸ, ਕੈਰਟ ਦੇ ਵਿੱਚ ਰੈਡ ਕਲਰ। ਕ੍ਰੋਮੋਪਲਾਸਟ ਕੰਟੇਨਿੰਗ yellow ਕਲਰ, mango, yellow color due to the xanthophyll, pigment is the xanthophyll। ਠੀਕ ਹੈ। ਤਾਂ ਕੈਰਟ ਦੇ ਵਿੱਚ ਕਿਹੜੇ ਹੁੰਦੇ ਆ? ਕ੍ਰੋਮੋਪਲਾਸਟ ਹੈਵਿੰਗ ਰੈਡ ਕਲਰ, ਮੈਂਗੋ ਦੇ ਵਿੱਚ ਕ੍ਰੋਮੋਪਲਾਸਟ ਹੈਵਿੰਗ yellow ਕਲਰ। ਠੀਕ ਹੈ। ਤਾਂ ਕਈ ਫਲਾਵਰਸ ਨੂੰ ਇਹ ਕਲਰ ਪ੍ਰੋਵਾਈਡ ਕਰਦੇ ਆ ਜਸਟ ਟੂ ਅਟਰੈਕਟ ਦਾ ਇਨਸੈਕਟ। ਤਾਂ ਉਹਦੇ ਵਿੱਚ ਜਿਵੇਂ ਫਲਾਵਰ ਰੈਡ ਹੋ ਗਏ, yellow ਹੋ ਗਏ ਜਾਂ ਹੋਰ ਬ੍ਰਾਈਟਲੀ ਕਲਰ ਦੇ ਹੋ ਗਏ ਤਾਂ ਦੇ ਹੈਵ ਕ੍ਰੋਮੋਪਲਾਸਟ। ਫਲਾਵਰਸ ਹੈਵ ਕ੍ਰੋਮੋਪਲਾਸਟ ਇਨ देयर ਪੈਟਲ। ਜਿਹੜੀਆਂ ਉਹਦੀਆਂ ਪੈਟਲ ਹੈ ਉਹਨਾਂ ਦੇ ਵਿੱਚ ਕ੍ਰੋਮੋਪਲਾਸਟ ਹੁੰਦਾ ਹੈ ਬੇਟੇ। ਤਾਂ ਪਹਿਲਾਂ ਆਪਾਂ ਪੜ੍ਹਿਆ ਸੀ ਲਿਊਕੋਪਲਾਸਟ ਕਲਰਲੈਸ, ਦੂਜੀ ਆਪਾਂ ਪੜ੍ਹੇ ਕਲਰਡ that is ਕ੍ਰੋਮੋਪਲਾਸਟ ਜਿਹੜੇ ਕਿ ਕਲਰ ਪ੍ਰੋਵਾਈਡ ਕਰਦੇ ਆ, ਯੈਲੋ ਹੈ, ਰੈਡ ਹੈ ਜਾਂ ਕੋਈ ਹੋਰ ਹੈ, ਜਾਂ ਤਾਂ ਪੋਲੀਨੇਟਿੰਗ ਏਜੰਟ ਲਈ, ਇਨਸੈਕਟ ਨੂੰ ਅਟਰੈਕਟ ਕਰਨ ਲਈ ਜਾਂ ਹੋਰਨਾਂ ਕੰਮਾਂ ਲਈ। ਉਸ ਤੋਂ ਬਾਅਦ ਹੁੰਦੇ ਆ ਜੀ ਕਲੋਰੋਪਲਾਸਟ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿਹੜਾ ਤੁਸੀਂ ਵੇਖ ਰਹੇ ਹੋ ਦਿਸ ਇਜ਼ ਕਲੋਰੋਪਲਾਸਟ। ਵਾਈ ਦਿਸ ਇਜ਼ ਕਲੋਰੋਪਲਾਸਟ? हाँ भी बच्चा दसो। ग्रीन इन कलर, वेरी गुड बेटे, बिकॉज इट कंटेन क्लोरोफिल। ठीक है। क्रोमोप्लास्ट दीज आर ग्रीन इन कलर, क्लोरोप्लास्ट सॉरी, दे हैव फोटोसिंथेटिक पिगमेंट। ਤਾਂ ਇਹ ਜਿਹੜੇ ਹੈਗੇ ਆ ਕਲੋਰੋਪਲਾਸਟ ਹੈਗੇ ਆ। ਨੰਬਰ ਹੈ ਬੇਟਾ ਇਹਨਾਂ ਦਾ ਜਿਹੜਾ ਪਰ ਸੈੱਲ ਐਲਗੀ ਦੇ ਵਿੱਚ ਤਾਂ ਫਿਕਸਡ ਹੁੰਦਾ ਹੈ ਬੇਟੇ। ਜੇ ਆਪਾਂ ਐਲਗੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਫਿਕਸਡ ਹੁੰਦਾ ਹੈ। ਗ੍ਰੀਨ ਐਲਗਾ ਹੈਗਾ ਜਿਹੜਾ ਯੂਲੋਥ੍ਰਿਕਸ, ਇਹਦੇ ਕੋਲ ਇੱਕ ਹੀ ਹੈ। ਦੈਨ ਕਲਮਾਈਡੋਮੋਨਸ, ਇਹਦੇ ਕੋਲ ਬਹੁਤ ਸਾਰੇ ਹੋ ਸਕਦੇ ਆ। ਸਪਾਇਰੋਗੈਰਾ, ਇਹਦੇ ਵਿੱਚ ਨੰਬਰ ਡਿਫਰੈਂਟ ਹੋ ਸਕਦਾ ਹੈ। ਸਪਾਇਰੋਗੈਰਾ ਤੁਸੀਂ ਸਾਰਿਆਂ ਨੇ ਵੇਖਿਆ, ਤੁਹਾਨੂੰ ਦਿਖਾਵਾਂਗੇ ਵੀ ਆਪਾਂ ਅੰਡਰ ਦਾ ਮਾਈਕਰੋਸਕੋਪ ਜਦੋਂ ਆਪਣੀਆਂ ਆਫਲਾਈਨ ਆਪਾਂ ਸ਼ੁਰੂ ਕੀਤਾ। ਤਾਂ ਸ਼ੇਪ ਵੀ ਇਹਦੀ ਡਿਫਰੈਂਟ ਹੋ ਸਕਦੀ ਹੈ ਬੇਟੇ। ਜਿਹੜਾ ਯੂਲੋਥ੍ਰਿਕਸ ਹੈ ਇਹ ਚ ਪਲੇਟ ਲਾਈਕ ਹੁੰਦਾ ਹੈ। ਕੱਪ ਸ਼ੇਪਡ ਕਲਮਾਈਡੋਮੋਨਸ ਚ ਹੁੰਦਾ ਹੈ। ਸਪਾਇਰੋਗੈਰਾ ਤੁਸੀਂ ਜੇ ਦੇਖਿਆ ਤਾਂ ਰਿਬਨ ਸ਼ੇਪ ਹੁੰਦਾ ਹੈ। ਠੀਕ ਹੈ। ਸਪਾਇਰੋਗੈਰਾ ਦੇ ਵਿੱਚ ਰਿਬਨ ਸ਼ੇਪ ਹੁੰਦਾ ਹੈ। ਜਿਹੜਾ ਉਡੋਗੋਨੀਅਮ ਹੈ ਇਹਦੇ ਚ ਰੈਟੀਕੂਲੇਟ ਹੁੰਦਾ ਹੈ ਬਈ। ਤੇ ਇਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ। ਸਾਈਜ਼ ਵੀ ਇਹਨਾਂ ਦਾ ਡਿਫਰੈਂਟ ਹੁੰਦਾ ਹੈ। ਤਾਂ ਸਾਈਜ਼ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਲੈਂਥ ਹੈ ਉਹ 4 to 10 ਮਾਈਕਰੋਮੀਟਰ ਹੋ ਸਕਦੀ ਹੈ ਤੇ ਜਿਹੜੀ ਬ੍ਰੈਡਥ ਹੈ that is 2 to 4 ਮਾਈਕਰੋਮੀਟਰ। ਜਿਹੜਾ ਸਪਾਇਰੋਗੈਰਾ ਹੈ ਇਹਦੇ ਵਿੱਚ ਆਪਾਂ ਨੂੰ ਡਾਇਰੈਕਟ ਮਤਲਬ ਕਿ ਅੰਡਰ ਦਾ ਸਿੰਪਲ ਮਾਈਕਰੋਸਕੋਪ ਜਾਂ ਮੈਗਨੀਫਾਈਂਗ ਗਲਾਸ ਦੇ ਨਾਲ ਵੀ ਆਪਾਂ ਵੇਖ ਸਕਦੇ ਹਾਂ ਬਈ ਕਲੋਰੋਪਲਾਸਟ ਨੂੰ।
ਤਾਂ ਜੇ ਕਲੋਰੋਪਲਾਸਟ ਦੀ ਗੱਲ ਕਰੀਏ ਬੇਟੇ ਤਾਂ ਹੁਣ ਦੇਖੋ ਇਹਦੇ ਕੋਲ ਫੋਟੋਸਿੰਥੇਸਿਸ ਕਰਨ ਲਈ ਇਹਦੇ ਕੋਲ ਪੂਰਾ ਸਿਸਟਮ ਹੁੰਦਾ ਹੈ ਜਿਹੜਾ ਆਪਾਂ ਫੋਟੋਸਿੰਥੇਸਿਸ ਚੈਪਟਰ ਦੇ ਵਿੱਚ ਪੜਾਂਗੇ। ਸਰਕੂਲਰ ਡੀਐਨਏ ਇਹਦੇ ਕੋਲ ਆਪਣਾ ਹੁੰਦਾ ਹੈ, ਰਾਈਬੋਸੋਮਸ ਇਹਦੇ ਕੋਲ ਆਪਣੇ ਹੁੰਦੇ ਹੈ, ਆਰਐਨਏ ਇਹਦੇ ਕੋਲ ਆਪਣਾ ਹੁੰਦਾ ਹੈ। ਠੀਕ ਹੈ, ਤਾਂ ਜੇ ਇਹ ਸਾਰਾ ਕੁਝ ਇਹਦੇ ਕੋਲ ਆਪਣਾ ਹੁੰਦਾ ਹੈ ਤਾਂ ਫਿਰ ਕੀ ਹੈ, ਫਿਰ ਇਹਨੂੰ ਕੀ ਚਾਹੀਦਾ ਹੈ, ਜਸਟ ਸ਼ੈਲਟਰ ਚਾਹੀਦੀ ਹੈ। ਤੇ ਪਲਾਂਟ ਸੈੱਲ ਕੋਲ ਗਿਆ ਤੇ ਉੱਥੇ ਜਾ ਕੇ ਇਹਨੇ ਕੀ ਕੀਤਾ, ਸ਼ੈਲਟਰ ਲੈ ਲਈ। ਜਦੋਂ ਪਲਾਂਟ ਸੈੱਲ ਕੋਲ ਇਹਨੇ ਸ਼ੈਲਟਰ ਲੈ ਲਈ ਤਾਂ ਇਹਨੇ ਉਹਨੂੰ ਫੂਡ ਬਣਾ ਕੇ ਦੇਣਾ ਸ਼ੁਰੂ ਕਰਤਾ ਤੇ ਉਹਨੇ ਇਹਨੂੰ ਕੀ ਦੇਣੀ ਸ਼ੁਰੂ ਕਰਤਾ, ਬਾਕੀ ਮਟੀਰੀਅਲ ਦੇਣਾ ਸ਼ੁਰੂ ਕਰਤਾ। ਸੋ ਇਟਸ ਅਸਿਊਮਡ that they are symbiotic with the plant cells। ਤਾਂ ਬੇਟੇ ਫੰਕਸ਼ਨ ਇਹਦੇ ਕੀ ਹੈ, ਸਾਰਿਆਂ ਤੋਂ ਪਹਿਲਾ ਫੰਕਸ਼ਨ ਤਾਂ ਤੁਹਾਨੂੰ ਪਤਾ ਹੀ ਹੈ, ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ। ਉਹ ਕਿਵੇਂ ਹੁੰਦਾ ਹੈ, ਬਾਈ ਦਾ ਪ੍ਰੋਸੈਸ ਆਫ ਫੋਟੋਸਿੰਥੇਸਿਸ। ਤਾਂ ਇਹ ਫੋਟੋਸਿੰਥੇਸਿਸ ਕਰਦੇ ਆ ਐਂਡ ਦੇ ਪ੍ਰਪੇਅਰ ਦਾ ਫੂਡ। એનર્ਜੀ ਟ੍ਰਾਂਸਡਕਸ਼ਨ ਦੇ ਟ੍ਰੈਪ ਦਾ ਸੋਲਰ એનર્ਜੀ। ਵਰਲਡ ਦੇ ਵਿੱਚ ਇੱਕੋ ਇੱਕ ਪਲਾਂਟਸ ਤੇ ਐਲਗੇ ਹੀ ਹੈ that can trap the solar energy। ਤੇ ਜਿਹੜੇ ਆਰਟੀਫੀਸ਼ੀਅਲਸ ਦੇ ਵਿੱਚ ਆ ਜਾਂਦੇ ਆ, these are the solar cells। then ਵੀ ਕੰਜ਼ੰਪਸ਼ਨ ਆਫ ਕਾਰਬਨ ਡਾਈਆਕਸਾਈਡ। ਜੇ ਪਲਾਂਟਸ ਨਾ ਹੁੰਦੇ ਤਾਂ ਕਾਰਬਨ ਡਾਈਆਕਸਾਈਡ ਦੀ ਅਮਾਉਂਟ ਬਹੁਤ ਵੱਧ ਜਾਣੀ ਸੀ, ਇਟ ਵਿਲ ਕਾਜ਼ ਦਾ ਗ੍ਰੀਨ ਹਾਊਸ ਇਫੈਕਟ ਤੇ ਲਾਈਫ ਵੀ ਖਤਮ ਹੋ ਜਾਣੀ ਸੀ। ਜੇ ਬੱਚੇ ਮੈਨੂੰ ਐ ਦੱਸੋ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਕੌਣ ਯੂਜ਼ ਕਰਦਾ ਹੈ? ਜਿੰਨੀ ਬਰਨਿੰਗ ਤੇ ਜਾਂ ਰੈਸਪੀਰੇਸ਼ਨ ਤੇ ਜਾਂ ਡੀਕੰਪੋਜੀਸ਼ਨ ਚ ਕਾਰਬਨ ਡਾਈਆਕਸਾਈਡ ਮਿਸ਼ਨ ਹੋ ਰਹੀ ਹੈ, ਉਹ ਸਾਰੇ ਦੇ ਸਾਰੀ ਪਲਾਂਟਸ ਨਹੀਂ ਅਬਜ਼ੌਰਬ ਕਰਦੇ, ਫਿਰ ਬਾਕੀ ਕਾਰਬਨ ਡਾਈਆਕਸਾਈਡ ਕਿੱਥੇ ਜਾਂਦੀ ਹੈ? ਕੌਣ ਦੱਸੂਗਾ ਬਈ? ਬਾਕੀ ਸਰ ਜੈਸਮੀਨ ਟ੍ਰੈਪ ਦੱਸੋ। ਆਊਟ ਹੋ ਜਾਂਦੀ ਹੈ। ਨਾ, ਜੈਸਮੀਨ ਦੱਸੂਗੀ ਬਈ। ਜੈਸਮੀਨ ਦੱਸ ਬਈ। ਕੰਪੋਜ਼ ਹੁੰਦੀ ਹੈ ਕੰਪੋਜ਼ ਯੂਜ਼ ਕਰਦੇ ਆ ਡੀਕੰਪੋਜ਼ਰਸ। ਨਾ, ਡੀਕੰਪੋਜ਼ਰ ਸਮਿਟ ਕਰਦੇ ਆ। ਸ਼ਾਹਵੀਰ ਦੱਸੂਗਾ ਬਈ। ਸ਼ਾਹਵੀਰ ਹੈਗਾ ਕਲਾਸ 'ਚ? नहीं पता जी। ਯਾਰ ਤੇਰੇ ਪੈਣੀ ਆ, ਹੁਣ ਮੈਂ ਘਰੇ ਆ ਕੇ ਲਾਉਂਗਾ ਇੱਕ। ਮੈਂ ਦੱਸਿਆ ਹੋਇਆ ਹੈ ਗਲੋਬਲ ਸਿੰਕ ਆਫ ਕਾਰਬਨ ਡਾਈਆਕਸਾਈਡ ਕਿਹੜਾ ਹੈ? ਸਿੰਕ ਆਫ ਕਾਰਬਨ ਡਾਈਆਕਸਾਈਡ। ਜੈਸਮੀਨ ਤੂੰ ਵੀ ਸੀਗੀ ਕਲਾਸ 'ਚ ਪੁੱਤ? ਹੁਣ ਬੋਲਦੀ ਨਹੀਂ ਪਈ ਜੈਸਮੀਨ, ਕਿ ਕਲਾਸ 'ਚ ਹੀ ਹੈ ਨਹੀਂ ਜੈਸਮੀਨ? ਹਾਂ ਦੱਸ ਪੁੱਤ ਫਿਰ, ਗਲੋਬਲ ਸਿੰਕ ਆਫ ਕਾਰਬਨ ਡਾਈਆਕਸਾਈਡ। ਤੁਸੀਂ ਦੋਵੇਂ ਹੀ ਹੁੰਦੇ ਸੀ ਉਦੋਂ ਪੜ੍ਹਨ ਵਾਲੇ। ओशन सर। ਹਾਂ ਓਸ਼ੀਅਨ। ਸ਼ਾਬਾਸ਼ ਬੇਟੇ, ਵੈਰੀ ਗੁੱਡ। ਕਿੰਨੇ ਦਿੱਤਾ ਜਵਾਬ? ਸ਼ਾਹਵੀਰ ਨੇ। हाँ जी। ਹਾਂ ਤਾਂ ਬੇਟੇ ਗਲੋਬਲ ਸਿੰਕ ਆਫ ਕਾਰਬਨ ਡਾਈਆਕਸਾਈਡ ਇਜ਼ ਦਾ ਓਸ਼ੀਅਨ। ਤਾਂ ਯਾਦ ਰੱਖੋ ਕਿਤੇ ਤੁਸੀਂ ਪੇਪਰ 'ਚ ਕੁਐਸਚਨ ਆ ਜਾਏ ਤੁਸੀਂ ਟਿਕ ਕਰਿਓ ਪਲਾਂਟ। ਪਲਾਂਟਸ ਇੰਨੀ ਕਾਰਬਨ ਡਾਈਆਕਸਾਈਡ ਅਬਜ਼ੌਰਬ ਨਹੀਂ ਕਰਦੇ ਜਿੰਨੀ ਸੀ ਕਰਦਾ ਹੈ, ਜਿੰਨਾ ਓਸ਼ੀਅਨ ਕਰਦਾ ਹੈ। ਸੋ ਗਲੋਬਲ ਸਿੰਕ ਆਫ ਦਾ ਕਾਰਬਨ ਡਾਈਆਕਸਾਈਡ ਇਜ਼ ਦਾ ਓਸ਼ੀਅਨ। ਇਹ ਚੀਜ਼ ਯਾਦ ਰੱਖਣੀ ਹੈ ਆਪਾਂ। ਦੈਨ ਵੀ ਲਿਬਰੇਸ਼ਨ ਆਫ ਆਕਸੀਜਨ ਕੌਣ? ਯੈਸ ਬੇਟੇ। ਓਸ਼ੀਅਨ ਕਿਵੇਂ ਯੂਟਿਲਾਈਜ਼ ਕਰਦੇ CO2? ਬੇਟੇ ਉਹਦੇ 'ਚ ਕੋਰਲਸ ਪਤਾ ਹੈ ਨਾ? ਹਾਂ ਕੋਰਲਸ ਆਪਾਂ ਪੜ੍ਹਨੇ ਆ ਆਪਾਂ ਸਿਲਨਟ੍ਰੇਟਾ ਦੇ ਵਿੱਚ ਜਾ ਕੇ, ਉਦੋਂ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸਾਂਗਾ ਇਸ ਚੀਜ਼ ਬਾਰੇ। ਠੀਕ ਹੈ, ਤੇ ਪੇਪਰ 'ਚ ਗਲਤੀ ਨਾ ਕਰਦੇ ਆ ਜੇ ਨੀਟ ਦੇ ਵਿੱਚ। ਚਲੋ ਲਿਬਰੇਸ਼ਨ ਆਫ ਆਕਸੀਜਨ। ਤੇ ਲਿਬਰੇਸ਼ਨ ਆਫ ਆਕਸੀਜਨ ਕੌਣ ਕਰਦਾ ਹੈ ਬਈ? ਪਲਾਂਟਸ। ਤੇ ਪਲਾਂਟਸ ਦੇ ਵਿੱਚ ਕੌਣ ਬੈਠਾ ਹੈ? ਪਲਾਸਟਿਡਸ। ਠੀਕ ਹੈ। ਸਟੋਰੇਜ ਆਫ ਸਟਾਰਚ। ਤਾਂ ਸਟੋਰੇਜ ਆਫ ਸਟਾਰਚ ਕੌਣ ਕਰਦਾ ਹੈ? ਹਾਂ ਬਈ ਨਿਮਰ ਦੱਸੂਗੀ। ਸਟਾਰਚ ਕਿਹਦੇ 'ਚ ਹੁੰਦਾ ਹੈ? ਨਿਮਰ ਦੱਸ ਪੁੱਤ ਓਏ। ਸਰ ਵੈਕਿਊਲਸ ਵਿੱਚ। ਹੈ ਵੈਕਿਊਲਸ ਵਿੱਚ। ਇਹ ਕੁੜੀ ਚੱਲੀ ਹੈ ਓਏ, ਹੁਣੇ ਦੱਸਿਆ ਸੀ ਬਿੱਲੀਏ, ਮਾਈਲੋਪਲਾਸਟ। ਸਟੋਰੇਜ ਆਫ ਸਟਾਰਚ। ਮਾਈਲੋਪਲਾਸਟ ਆਰ ਫॉर ਦਾ ਸਟੋਰੇਜ ਆਫ ਸਟਾਰਚ। ਤੇ ਐਲਗੀ ਦੇ ਵਿੱਚ ਵੀ ਇਹ ਜਿਹੜਾ ਸਟੋਰ ਕਰਦੇ ਆ। ਫੋਟੋ ਸੈਂਸਿਟੀਵਿਟੀ ਬਈ। ਫੋਟੋ ਸੈਂਸਿਟੀਵਿਟੀ ਬਈ ਕੀ ਹੈ? ਇੱਕ ਪ੍ਰੋਟੋਜ਼ੋਮ ਸੁਣਿਆ ਹੋਣਾ, ਪ੍ਰੋਟਿਸਟ ਸੁਣਿਆ ਹੋਣਾ, ਯੂਗਲੀਨਾ ਸੁਣਿਆ ਸਾਰਿਆਂ ਨੇ?
ਇਹ ਚ ਆਪਾਂ ਕਹਿੰਦੇ ਆ ਹੈਟਰੋਟ੍ਰੋਪਿਕ ਮੋਡ ਆਫ ਨਿਊਟ੍ਰੀਸ਼ਨ, ਕਿ ਕਦੇ ਫੋਟੋਸਿੰਥੇਸਿਸ ਸ਼ੋ ਕਰਦੀ ਹੈ, ਕਦੇ ਸੈਪਰੋਫਿਟਿਕ ਸ਼ੋ ਕਰਦੀ ਹੈ, ਤੇ ਸਮ ਟਾਈਮ ਹੋਲੋਜ਼ੋਇਕ ਸ਼ੋ ਕਰਦੀ ਹੈ। ਤੇ ਇਹ ਲਾਈਟ ਵਾਲੇ ਪਾਸੇ ਕਿਵੇਂ ਜਾਂਦੀ ਹੈ, ਇਹਦੇ ਕੋਲ ਆਈ ਸਪੌਟ ਹੁੰਦਾ ਹੈ, ਠੀਕ ਹੈ। ਤਾਂ that is for photosensitivity, that is sensitive for the photo light. Then we reducing power. What is reducing power? Light reaction ਦੇ ਵਿੱਚ ਆਪਾਂ ਪੜਿਆ ਸੀ NADPH ਬਣਦਾ ਹੈ। So reduction of nitrates ਹੁੰਦੀ ਹੈ ਤੇ synthesis of amino acids ਹੁੰਦਾ ਹੈ। So it has a reducing power. Synthesis of fatty acid ਹੁਣੇ ਦੱਸਿਆ ਸੀਗਾ, synthesis of fatty acid, spinch chloroplast, they can synthesize the fatty acid. The storage of lipid ਵਈ ਇਹਨਾਂ ਦੇ ਵਿੱਚ ਹੀ ਹੁੰਦੀ ਹੈ, ਪਲਾਸਟੋਗਲੋਬੁਲਾਈ, ਠੀਕ ਹੈ, ਹੋਮ ਆਫ ਪਲਾਸਟੋਗਲੋਬੁਲਾਈ, ਉਹ ਇਹ ਵੀ ਆਪਾਂ ਡਿਟੇਲ ਚ ਡਿਸਕਸ ਕਰਨਾ ਹੈ। ਤਾਂ ਇਹ ਸੀ ਬੇਟੇ ਫੰਕਸ਼ਨਸ ਆਫ ਕਲੋਰੋਪਲਾਸਟ, ਆਟੋਨੋਮਸ ਪੜ੍ਹ ਲਿਆ ਆਪਾਂ, ਠੀਕ ਹੈ। ਤਾਂ ਸਿਮਿਲੈਰਿਟੀਜ਼ ਜਿਹੜੀਆਂ ਹੈਗੀਆਂ ਮਾਈਟੋਕੌਂਡਰੀਆ ਐਂਡ ਕਲੋਰੋਪਲਾਸਟ ਇਹ ਪੜ੍ਹਨੀਆਂ, ਬੋਥ ਆਰ ਡਬਲ ਮੈਂਬਰੇਨ, ਮਾਈਟੋਕੌਂਡਰੀਆ ਵੀ ਡਬਲ ਮੈਂਬਰੇਨ ਸੀ, ਦੇਖੋ ਇਹਦੇ ਵਿੱਚ ਵੀ ਡਬਲ ਮੈਂਬਰੇਨ ਹੈ, ਇਨਰ ਐਂਡ ਆਊਟਰ ਮੈਂਬਰੇਨ। ਦੈਨ ਵਈ ਬੋਥ ਆਰ ਸੈਮੀ ਆਟੋਨੋਮਸ, ਦੋਵੇਂ ਇਹ ਵੀ ਹੈ ਸੈਮੀ ਆਟੋਨੋਮਸ ਹੈ, ਉਹ ਵੀ ਸੈਮੀ ਆਟੋਨੋਮਸ ਹੈ। ਬੋਥ ਹੈਵ DNA ਐਂਡ RNA, ਦੋਵਾਂ ਕੋਲ DNA ਐਂਡ RNA ਹੈ। ਤੇ ਇੱਕ ਚੀਜ਼ ਦੱਸੀ ਸੀ ਇਹਨਾਂ ਕੋਲ ਰਾਈਬੋਸੋਮ ਕਿਹੜੇ ਹੈ, 70S, ਠੀਕ ਹੈ, ਜਿਹੜਾ ਸੈਡੀਮੈਂਟੇਸ਼ਨ ਕੋਐਫੀਸ਼ੀਐਂਟ ਹੈ 70 ਹੈ, ਤੇ ਪ੍ਰੋਕੈਰੀਓਟਸ ਕੋਲ ਹੁੰਦੇ ਹੈ। ਤੇ ਦੋਵਾਂ ਦੇ ਵਿੱਚ DNA is naked as like bacterium, ਬੈਕਟੀਰੀਆ 'ਚ ਵੀ naked ਹੁੰਦਾ ਹੈ ਤੇ ਇਹਨਾਂ ਦੋਵਾਂ ਕੋਲ ਵੀ naked ਹੈ। ਇਹ ਦੋਵੇਂ ਡਿਵੀਜ਼ਨ ਪ੍ਰੀ ਐਗਜ਼ਿਸਟਿੰਗ ਆਰਗੇਨੈਲਿਸ ਤੋਂ ਕਰਦੇ ਆ, ਵੀ ਸੈੱਲ ਆਪ ਨਹੀਂ ਬਣਾਉਂਦਾ, ਸੈੱਲ ਦੇ ਅੰਦਰ ਇਹ ਡਿਵਾਈਡ ਕਰਦੇ ਆ, ਮਾਈਟੋਕੌਂਡਰੀਆ ਤੇ ਕਲੋਰੋਪਲਾਸਟ ਡਿਵਾਈਡ ਕਰਕੇ ਬਣਾਉਂਦੇ ਆ। ਟੇਕ ਪਾਰਟ ਇਨ એનર્ਜੀ ਟ੍ਰਾਂਸਡਕਸ਼ਨ, ਦੋਵੇਂ એનર્ਜੀ ਟ੍ਰਾਂਸਡਕਸ਼ਨ, ਉਹ એનર્ਜੀ ਬਣਾਉਂਦੇ ਆ, ਇਹ એનર્ਜੀ ਅਬਜ਼ੌਰਬ ਕਰਕੇ ਫੂਡ ਬਣਾਉਂਦੇ ਆ। ਤਾਂ એનર્ਜੀ ਨਾਲ ਰਿਲੇਟਡ ਦੋਵੇਂ ਹੈ, ਚਾਹੇ ਗੱਲ ਕਰ ਲਓ ਤੁਸੀਂ ਮਾਈਟੋਕੌਂਡਰੀਆ ਦੀ ਤੇ ਚਾਹੇ ਇਹਦੀ। ਆਰਗੇਨੈਲੀ ਪ੍ਰੋਡਿਊਸ ATP, ਇਹ ATP ਬਣਾਉਂਦੇ ਆ। ਚਲੋ ਬਈ ਹੁਣ ਉਹ ਕਥੂਰੀਆ ਸਾਹਿਬ ਦੱਸਣਗੇ ਵਾਟ ਇਜ਼ ਦਾ ਫੁੱਲ ਫਾਰਮ ਆਫ ATP। ਕਥੂਰੀਆ ਸਾਹਿਬ ATP ਦੀ ਫੁੱਲ ਫਾਰਮ ਦੱਸੋ। ਸਰ ATP ਦੀ ਹੈ ATP ਦੀ ATP ਦੀ ਨਹੀਂ ਪਤਾ ਸਰ। ਇਹ ਫਿਰ ਤੂੰ ਕੁੱਟ ਖਾਏਗਾ ਯਾਰ। ਚਲੋ ਬਈ ਹੁਣ ਮੈਨੂੰ ਮਾਨ ਤੂੰ ਦੱਸ ਯਾਰ, ਨੀਟਾ ਸਰ ਦਾ ਬੇਟਾ, ਦੁਬਾਰਾ ਬੋਲ ਪੁੱਤ। ਐਡੀਨੋਸਾਈਨ ਟ੍ਰਾਈਫਾਸਫੇਟ। ਐਡੀਨੋਜ਼ੀਨ ਟ੍ਰਾਈਫਾਸਫੇਟ, ATP ਦੀ ਫੁੱਲ ਫਾਰਮ ਕੀ ਹੈ, ਐਡੀਨੋਜ਼ੀਨ ਟ੍ਰਾਈਫਾਸਫੇਟ। ਇਹ 'ਚ 3 ਫਾਸਫੇਟ ਲੱਗਦੇ ਆ ਜਿਹਦੇ ਨਾਲ ਇਹ એનર્ਜੀ ਟ੍ਰੈਪ ਕਰਦੇ ਆ, ਤੇ ਜਿਹੜੇ ਬੌਂਡ ਹੈ ਨਾ ਐਡੀਨੋਸੀਨ ਦੇ ਵਿਦ ਫਾਸਫੇਟ ਆਇਨ, ਉਹਨਾਂ ਬੌਂਡਸ ਦੇ ਵਿੱਚ ਜਿਹੜੀ એનર્ਜੀ ਹੁੰਦੀ ਹੈ ਟ੍ਰੈਪ ਹੁੰਦੀ ਹੈ ਬੇਟੇ, ਠੀਕ ਹੈ। ਦੋਵੇਂ ਫੈਟੀ ਐਸਿਡ ਬਣਾ ਸਕਦੇ ਆ, ਦੋਵੇਂ ਅਮਾਈਨੋ ਐਸਿਡ ਬਣਾ ਸਕਦੇ ਆ, ਠੀਕ ਹੈ। ਮੋਸਟ ਆਫ ਦਾ ਅਮਾਈਨੋ ਐਸਿਡਸ ਆਰ ਫਾਰਮਡ ਇਨ ਦਾ ਕਲੋਰੋਪਲਾਸਟ ਐਂਡ ਮਾਈਟੋਕੌਂਡਰੀਆ, ਠੀਕ ਹੈ, ਯਾਦ ਰੱਖਿਓ। ਤਾਂ ਅੱਛਾ ਇੱਕ ਇਹਦੇ 'ਚ ਹੋਰ ਬੜੀ ਖਾਸ ਗੱਲ ਹੈ ਬਈ, ਜਿਹੜੀ ਖਾਸ ਗੱਲ ਤੁਹਾਨੂੰ ਦੱਸਦੀ ਹੋਵੇ ਵੀ ਇਹ ਸੈਮੀ ਆਟੋਨੋਮਸ ਕਿਉਂ ਹੈ, ਤੇ ਇਹ ਕਿਉਂ ਮੰਨਿਆ ਜਾਂਦਾ ਵੀ ਇਹ ਸੈੱਲ ਦੇ ਵਿੱਚ ਸਿੰਬਾਇਓਟਿਕ ਆਰਗੇਨਿਜ਼ਮ ਹੈ, ਸੋਚ ਕੇ ਦੱਸੋ। ਚਲੋ ਟਾਈਮ ਹੋਣ ਵਾਲਾ, ਮੈਂ ਦੱਸਦਾ ਤੁਹਾਨੂੰ। ਵੀ ਕਮਲੇ ਬੰਦਿਓ, ਇਹ ਦੋਵੇਂ ਜਿਹੜੇ ਚੀਜ਼ਾਂ ਹੈਗੀਆਂ ਨਾ ਮਾਈਟੋਕੌਂਡਰੀਆ ਤੇ ਕਲੋਰੋਪਲਾਸਟ, ਇਹ ਦੋਵੇਂ ਪ੍ਰੋਕੈਰੀਓਟ ਕੋਲ ਹੈ ਨਹੀਂ। ਪ੍ਰੋਕੈਰੀਓਟ ਮਤਲਬ ਬੈਕਟੀਰੀਆ ਕੋਲ ਹੈ ਨਹੀਂ, ਬਟ ਇਹ ਕਿਹੜੇ ਸੈਲਸ ਕੋਲ ਹੈ, ਯੂਕੈਰੀਓਟਸ ਕੋਲ। ਤਾਂ ਇਹਨਾਂ ਨੂੰ ਇਹ ਅਸਿਊਮ ਕੀਤਾ ਜਾਂਦਾ ਵੀ ਥੀਸ ਆਰ ਦਾ ਪ੍ਰੋਕੈਰੀਓਟਸ ਐਂਡ ਲਿਵ ਇਨ ਦਾ ਯੂਕੈਰੀਓਟਿਕ ਸੈੱਲ। ਇਹ ਚੀਜ਼ ਯਾਦ ਰੱਖਿਓ, ਹਾਲੇ ਤੱਕ ਸਾਇੰਟੀਫਿਕਲੀ ਪ੍ਰੂਵਡ ਨਹੀਂ, ਪਰ ਇਹ ਕਿਹਾ ਜਾਂਦਾ ਹੈ ਵੀ ਇਹ ਸੈਮੀ ਆਟੋਨੋਮਸ ਹੈ ਐਂਡ ਦੇ ਆਰ ਪ੍ਰੈਜ਼ੈਂਟ ਇਨ ਦਾ ਯੂਕੈਰੀਓਟਿਕ ਸੈਲਸ, ਠੀਕ ਹੈ। ਵੀ ਜਿਹੜਾ ਮਾਈਟੋਕੌਂਡਰੀਆ ਹੈ ਉਹ ਯੂਕੈਰੀਓਟਿਕ ਸੈੱਲ ਦੇ ਵਿੱਚ એનર્ਜੀ ਪ੍ਰੋਡਿਊਸ ਕਰਦਾ ਹੈ, ਤੇ ਜਿਹੜਾ ਪਲਾਸਟਿਡ ਹੈ ਇਹ ਯੂਕੈਰੀਓਟਿਕ ਸੈੱਲ ਦੇ ਵਿੱਚ ਕੀ ਕਰਦਾ ਹੈ, ਇਟ ਪ੍ਰੋਡਿਊਸਿਸ ਦਾ ਫੂਡ। ਪਲਾਂਟ ਸੈੱਲ ਦੇ ਵਿੱਚ ਇਹ ਫੂਡ ਬਣਾਉਂਦਾ ਹੈ, ਤੇ ਜਿਹੜਾ ਆਪਣੇ ਹੈ ਬਈ ਐਨੀਮਲ ਸੈੱਲ, ਉਹਦੇ ਵਿੱਚ એનર્ਜੀ ਪ੍ਰੋਡਿਊਸ ਕਰਕੇ ਦਿੰਦਾ ਹੈ, ਠੀਕ ਹੈ। ਤਾਂ ਇੱਥੇ ਫਿਰ ਇਹ ਚੀਜ਼ ਸ਼ੋਰ ਹੋ ਜਾਂਦੀ ਹੈ ਵੀ
these are believed to be prokaryotic symbionts. These are believed to be prokaryotic symbionts. ਇਹ ਚਲੋ ਫਿਰ ਐਂ ਕਰੋ, ਹੁਣ ਕੋਈ ਵੀ ਬੱਚਾ ਮੈਨੂੰ ਸਾਰਿਆਂ ਦੇ ਨਾਮ ਨਹੀਂ ਪਤਾ, ਹੁਣ ਮੈਨੂੰ ਦੱਸੂਗੀ ਨਿਮਰ ਕੋਈ ਦੋ ਸਿਮਿਲੈਰਿਟੀਜ਼ ਦੱਸ ਨਿਮਰ ਪੁੱਤ ਇਹਨਾਂ ਚ। ਡਿਸਿਮਿਲੈਰਿਟੀਜ਼, ਸਿਮਿਲੈਰਿਟੀ ਨਹੀਂ ਡਿਸਿਮਿਲੈਰਿਟੀ। ਨਿਮਰ ਹੈਗੀ ਹੈ ਕਲਾਸ ਚ? ਹਾਂਜੀ ਸਰ। ਨਿਮਰ ਦੱਸ ਫਿਰ ਪੁੱਤ ਕੋਈ ਡਿਸਿਮਿਲੈਰਿਟੀਜ਼ ਦੱਸ। ਟਾਈਮ Sir, ਹੋਣ ਵਾਲਾ ਹੈ, ਜੇ ਇਹਨਾਂ ਦਾ- ਕਲਾਸ ਐਂਡ ਹੋ ਗਈ ਤਾਂ ਕੱਲ ਨੂੰ ਮੈਂ ਨਿਮਰ ਤੇ ਜੈਸਮੀਨ ਤੋਂ ਸੁਣਨੀ ਹੈ। ਸਰ ਇਹਨਾਂ ਦਾ